ਇਬਰਾਨੀਆਂ ਨੂੰ ਚੈਪਟਰ 1। ਪ੍ਰਪੁੱਤਰ ਦੂਤਾਂ ਨਾਲੋਂ ਉੱਤਮ ਹੈ। ਪਰਮੇਸ਼ਰ ਨੇ ਜਿਨ ਪਿਛਲੇ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਗੱਲ ਕੀਤੀ, ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਕਈ ਤਰ੍ਹਾਂ ਨਾਲ ਗੱਲਬਾਤ ਕੀਤੀ ਸੀ, ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਵੀ ਗੱਲ ਕੀਤੀ, ਜਿਹਨੂੰ ਉਸਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਉਸਦੇ ਵਸੀਲੇ ਉਹਨੇ ਜਹਾਨ ਵੀ ਰਚਿਆ। ਉਹ ਉਹਦੇ ਤੇਜ ਦਾ ਪਿਰਤ ਬਿੰਬ ਅਤੇ ਉਹਦੀ ਜ਼ਾਤ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਔਰ ਪਾਪਾਂ ਨੂੰ ਸਾਫ਼ ਕਰਕੇ ਪਰਮ ਧਾਮ ਵਿੱਚ ਸੀ। ਵਾਹਿਗੁਰੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਉਹ ਦੂਤਾਂ ਨਾਲੋਂ ਇੰਨਾ ਕੁ ਉੱਤਮ ਹੋਇਆ ਜਿੰਨਾ ਕੁ ਉਹਨੇ ਉਹਨਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ। ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ਰ ਨੇ ਕਿਹਨੂੰ ਕਦੇ ਆਖਿਆ ਕਿ ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਿਵਾਇਆ ਹੈ ਤੇ ਇਹ ਫਿਰ ਮੈਂ ਉਹਦਾ ਪਿਤਾ ਹੋਵਾਂਗਾ ਤੇ ਮੇਰਾ ਪੁੱਤਰ ਹੋਵੇਗਾ। ਅਤੇ ਜਦ ਉਸ ਪਲੋਠੇ ਨੂੰ ਸੰਸਾਰ ਵਿੱਚ ਫਿਰ ਲਿਆਉਂਦਾ ਹੋਵੇਗਾ ਤਾਂ ਕਹਿੰਦਾ ਹੈ ਪਰਮੇਸ਼ਰ ਦੇ ਸਭੋ ਦੂਤ ਉਹਨੂੰ ਮੱਥਾ ਟੇਕਣ, ਤਾਂ ਉਹ ਦੂਤਾਂ ਦੇ ਵਿਖੇ ਆਖਦਾ ਹੈ ਉਹ ਆਪਣੇ ਦੂਤਾਂ ਨੂੰ ਹਵਾਵਾਂ ਤੇ ਆਪਣੇ ਉਪਾਸਕਾਂ ਨੂੰ ਅਗਨ ਦੀਆਂ ਲਾਟਾਂ ਬਣਾਉਂਦਾ ਹੈ। ਪਰ ਪੁੱਤਰ ਵਿਖੇ ਤੇਰਾ ਸੰਘਰਸ਼ਨ ਜੁਗੋ ਜੁਗ ਪਰਮੇਸ਼ਰ ਹੈ ਤੇ ਸਦਾਈ ਦਾ ਆਸਾ ਤੇਰੇ ਰਾਜ ਦਾ ਆਸਾ ਹੈ। ਮੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ, ਇਸ ਲਈ ਪਰਮੇਸ਼ਰ ਤੇਰੇ ਅੱਗੇ ਤੇਰੇ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਤਾ ਕੀਤਾ। ਤੇ ਇਹ ਵੀ ਹੈ ਪ੍ਰਭੂ ਤੇ ਆਦ ਵਿੱਚ ਧਰਤੀ ਦੀ ਨੀਂਹ ਰੱਖੀ ਤੇ ਆਕਾਸ਼ ਤੇਰੇ ਹੱਥਾਂ ਦੀ ਕਾਰਾਗਰੀ ਹਨ। ਉਹ ਨਾਸ਼ ਹੋ ਜਾਣਗੇ ਪਰ ਤੂੰ ਟਲ ਰਹਿਣਾ ਹੈ। ਉਹ ਸਾਰੇ ਕੱਪੜੇ ਵਾਂਗੂ ਪੁਰਾਣੇ ਹੋ ਜਾਣਗੇ ਪਰ ਚਾਦਰ ਵਾਂਗੂ ਤੂੰ ਉਹਨਾਂ ਨੂੰ ਵਲੇਟੇਂਗਾ, ਅਤੇ ਕੱਪੜੇ ਵਾਂਗੂ ਬਦਲੇ ਜਾਣਗੇ ਪਰ ਤੂੰ ਉਹੀ ਹੈ। ਤੇਰੇ ਵਰੇ ਕਦੀ ਨਹੀਂ ਮੁੱਕਣਗੇ। ਪਰ ਦੂਤਾਂ ਵਿੱਚੋਂ ਕਿਹਦੇ ਵਿਖੇ ਉਸਨੇ ਕਦੀ ਆਖਿਆ ਹੈ ਤੂੰ ਮੇਰੇ ਸੱਜੇ ਪਾਸੇ ਬੈਠ ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮਾ ਨਹੀਂ ਜਿਹੜੇ ਮੁਕਤੀ ਦਾ ਵਾਰਸ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ। ਸਾਡਾ ਦਿਆਲੂ ਪ੍ਰਧਾਨ ਜਾਜਕ ਚੈਪਟਰ 2। ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ। ਅਜਿਹਾ ਨਾ ਹੋਵੇ ਫਿਰ ਅਸੀਂ ਕਿਤੇ ਉਹਨਾਂ ਤੋਂ ਵਹਿ ਕੇ ਦੂਰ ਹੋ ਜਾਈਏ। ਜਦੋਂ ਵਚਨ ਜਿਹੜਾ ਦੂਤਾਂ ਦੀ ਜ਼ੁਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ ਤੇ ਹਰੇਕ ਅਪਰਾਧ ਤੇ ਅਣਆਗਿਆਕਾਰੀ ਦਾ ਠੀਕ ਬਦਲਾ ਮਿਲਿਆ, ਤਾਂ ਅਸੀਂ ਕਿਵੇਂ ਬਚ ਨਿਕਲਾਂਗੇ ਜੇ ਐਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲੇ ਤੋਂ ਸਾਨੂੰ ਸਾਬਤ ਹੋਈ। ਪਰਮੇਸ਼ਵਰੀ ਨਿਸ਼ਾਨੀਆਂ ਤੇ ਅਚੰਭਿਆਂ ਅਤੇ ਨਾਨਾ ਪ੍ਰਕਾਰ ਦੀਆਂ ਕਰਾਮਾਤਾਂ ਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ। ਉਹਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਹਦੀ ਅਸੀਂ ਗੱਲ ਕਰਦੇ ਹਾਂ ਦੂਤਾਂ ਦੇ ਮਾਥੇ 'ਚ ਨਹੀਂ ਕੀਤਾ, ਪਰ ਕਿਸੇ ਨੇ ਕਿਤੇ ਇਹ ਕਹਿ ਕੇ ਸਾਖੀ ਦਿੱਤੀ ਇਨਸਾਨ ਹੈ ਹੀ ਕੀ ਜੋ ਤੂੰ ਚੇਤੇ ਵਿੱਚ ਲਿਆਵੇ, ਤਾਂ ਆਦਮੀ ਜਾਇਆ ਕੀ ਜੋ ਉਸ ਉੱਤੇ ਤੂੰ ਨਿਗਾਹ ਕਰੇ। ਤੂੰ ਉਹਨੂੰ ਦੂਤਾਂ ਨਾਲੋਂ ਥੋੜੇ ਚਿਰ ਲਈ ਘੱਟ ਕੀਤਾ ਹੈ ਤੇ ਮਹਿਮਾ ਔਰ ਆਦਰ ਦਾ ਮੁਕਟ ਉਹਦੇ ਸਿਰ ਉੱਤੇ ਰੱਖਿਆ ਹੈ ਤੇ ਆਪਣੀ ਦਸਤਕਾਰੀ ਵਿਖੇ ਉਹਨੂੰ ਆਖਿਆ ਸਭ ਕੁਝ ਉਹਦੇ ਪੈਰਾਂ ਹੇਠ ਅਧੀਨ ਕਰ ਦਿੱਤਾ। ਕਿਉਂਕਿ ਜਦੋਂ ਉਸਨੇ ਸਭ ਕੁਝ ਉਸਦੇ ਅਧੀਨ ਕਰ ਦਿੱਤਾ ਤਾਂ ਕੁਝ ਨਹੀਂ ਛੱਡਿਆ ਜੋ ਉਸਦੇ ਅਧੀਨ ਨਾ ਕੀਤਾ ਹੋਵੇ। ਪਰ ਅਜੇ ਤੀਕਰ ਅਸੀਂ ਸਭ ਕੁਝ ਉਸਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ, ਪਰ ਅਸੀਂ ਉਹਨੂੰ ਜਿਹੜਾ ਦੂਤਾਂ ਨਾਲ ਥੋੜੇ ਚਿਰ ਲਈ ਘੱਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਪ੍ਰਤਾਪ ਤੇ ਮਾਣ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ਰ ਦੀ ਕਿਰਪਾ ਨਾਲ ਹਰੇਕ ਆਦਮੀ ਲਈ ਮੌਤ ਦਾ ਸਵਾਦ ਚੱਖੇ। ਅਤੇ ਜਦੋਂ ਉਹ ਬਚਨ ਜਿਹੜਾ ਦੂਤਾਂ ਦੀ ਜ਼ੁਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ ਅਤੇ ਹਰੇਕ ਅਪਰਾਧ ਤੇ ਅਣਆਗਿਆਕਾਰੀ ਦਾ ਠੀਕ ਬਦਲਾ ਮਿਲਿਆ, ਤਾਂ ਅਸੀਂ ਕਿਵੇਂ ਬਚ ਨਿਕਲਾਂਗੇ ਜੋ ਐਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ। ਪਰਮੇਸ਼ਰ ਵੀ ਨਿਸ਼ਾਨੀਆਂ ਤੇ ਚੰਬਿਆਂ ਤੇ ਨਾਨਾ ਪ੍ਰਕਾਰ ਦੀਆਂ ਕਰਾਮਾਤਾਂ ਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਥੀ ਦਿੰਦਾ ਰਿਹਾ। ਉਹਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਹਦੀ ਅਸੀਂ ਗੱਲ ਕਰਦੇ ਹਾਂ ਦੂਤਾਂ ਦੇ ਮਾਥੇ ਨਹੀਂ ਕੀਤਾ, ਪਰ ਕਿਸੇ ਨੇ ਕਿਤੇ ਇਹ ਕਹਿ ਕੇ ਸਾਖੀ ਦਿੱਤੀ ਇਨਸਾਨ ਤੇ ਆਦਮੀ ਜਿਹਾ ਹੈ ਹੀ ਕਿ ਜੋ ਤੂੰ ਉਸ ਤੇ ਨਿਗਾਹ ਕਰੇ ਤੇ ਉਹਨਾਂ ਦੂਤਾਂ ਨਾਲ ਥੋੜਾ ਚਿਰ ਹੀ ਘੱਟ ਬਣਾਇਆ ਅਤੇ ਤੇਰੀ ਮਹਿਮਾ ਔਰ ਆਦਰ ਦਾ ਮੁਕਟ ਉਸਦੇ ਸਿਰ ਉੱਤੇ ਰੱਖਿਆ ਤੇ ਆਪਣੀ ਦਸਤਕਾਰੀ ਉੱਤੇ ਉਹਨੂੰ ਥਾਪਿਆ ਤੇ ਸਭ ਕੁਝ ਉਸਦੇ ਪੈਰਾਂ ਹੇਠ ਅਧੀਨ ਕਰ ਦਿੱਤਾ। ਕਿਉਂਕਿ ਜਦੋਂ ਉਸਨੇ ਸਭ ਕੁਝ ਉਸਦੇ ਅਧੀਨ ਕਰ ਦਿੱਤਾ ਤਾਂ ਕੁਝ ਨਹੀਂ ਛੱਡਿਆ ਜੋ ਉਹਦੇ ਅਧੀਨ ਨਾ ਕੀਤਾ ਹੋਵੇ।
ਪਰ ਅਜੇ ਤੀਕਰ ਅਸੀਂ ਸਭ ਕੁਝ ਉਹਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ। ਪਰ ਅਸੀਂ ਉਹਨੂੰ ਜਿਹੜਾ ਦੂਤਾਂ ਨਾਲ ਥੋੜੇ ਚਿਰਾਂ ਲਈ ਘੱਟ ਕੀਤਾ ਗਿਆ ਹੈ, ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਪ੍ਰਤਾਪ ਅਤੇ ਮਾਣ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ। ਕਿਉਂ ਜੋ ਪਰਮੇਸ਼ਰ ਦੀ ਕਿਰਪਾ ਨਾਲ ਹਰੇਕ ਆਦਮੀ ਲਈ ਮੌਤ ਦਾ ਸਵਾਦ ਚੱਖੇ। ਹਰੇਕ ਦੇ ਲਈ ਸਭ ਕੁਝ ਹੈ, ਪਰ ਸਭੇ ਉਸਦੇ ਰਾਹੀਂ ਸਭ ਕੁਝ ਹੋਇਆ ਜਿਸਨੂੰ ਯੋਗ ਹੈ ਵੀ ਬਹੁਤਿਆਂ ਨੂੰ ਤੇਜ ਵਿੱਚ ਲਿਆਉਂਦਿਆਂ ਉਹਨਾਂ ਦੀ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ। ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਤੇ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਭ ਇੱਕੋ ਹੀ ਹਨ। ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ, ਕਹਿੰਦਾ ਤੂੰ ਆਪਣੇ ਭਾਈਆਂ ਨੂੰ ਤੇਰਾ ਨਾਮ, ਮੈਂ ਆਪਣੇ ਭਾਈਆਂ ਨੂੰ ਤੇਰਾ ਨਾਂ ਸੁਣਾਵਾਂਗਾ, ਮੈਂ ਕਲੀਸਿਆ ਵਿੱਚ ਤੇਰੀ ਉਸਤਤ ਕਰਾਂਗਾ ਤੇ ਫਿਰ ਮੈਂ ਉਸ ਤੇ ਭਰੋਸਾ ਰੱਖਾਂਗਾ। ਫਿਰ ਇਹ ਮੈਂ ਤੇ ਉਹ ਬੱਚੇ ਜਿਹੜੇ ਪਰਮੇਸ਼ਰ ਨੇ ਮੈਨੂੰ ਬਖਸ਼ੇ, ਜਦ ਬਾਲਕ ਲਹੂ ਤੇ ਮਾਸ ਵਿੱਚ ਸਾਂਝੇ ਹੁੰਦੇ ਹਨ ਤਾਂ ਉਹ ਉਹਨਾਂ ਨੂੰ ਇਹ ਆਪ ਵੀ ਇਹਨਾਂ ਵਿੱਚ ਭਿਆਲ ਬਣਿਆ ਤਾਂ ਮੌਤ ਦੇ ਰਾਹੀਂ ਉਹਨਾਂ ਨੂੰ ਜਿਹਦੇ ਵਾਸ ਵਿੱਚ ਮੌਤ ਹੈ ਅਰਥਾਤ ਸ਼ੈਤਾਨ ਨੂੰ ਨਾਸ਼ ਕਰੇ ਅਤੇ ਉਹਨਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਹਨ ਛੁਡਾਵੇ। ਕਿਉਂਕਿ ਦੂਤਾਂ ਦੀ ਤਾਂ ਸਹਾਇਤਾ ਨਹੀਂ ਸਗੋਂ ਅਬਰਾਹਮ ਦੀ ਅੰਸ਼ ਦੀ ਸਹਾਇਤਾ ਕਰਦਾ ਹੈ। ਇਸ ਕਾਰਨ ਚਾਹੀਦਾ ਸੀ ਕਿ ਬਈ ਉਹ ਸਭ ਨੇ ਇਕੱਲੇ ਆਪਣੇ ਭਾਈਆਂ ਵਰਗਾ ਬਣੇ ਤਾਂ ਜੋ ਉਹ ਉਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ਰ ਨਾਲ ਸੰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪ ਦਾ ਪ੍ਰਾਸ਼ਚਿਤ ਕਰਨ ਦਿਆਲੂ ਤੇ ਮਾਤਵਰ ਪ੍ਰਧਾਨ ਰਾਜਕ ਹੋਵੇ। ਕਿਉਂਕਿ ਉਸਨੇ ਆਪ ਹੀ ਪ੍ਰਤਾਪ ਵਿੱਚ ਪੈ ਕੇ ਦੁੱਖ ਝੱਲਿਆ ਤੇ ਉਹਨਾਂ ਦੀ ਜਿਹੜੇ ਪ੍ਰਤਾਪ ਵਿੱਚ ਪੈਂਦੇ ਹਨ ਸਹਾਇਤਾ ਕਰ ਸਕਦਾ ਹੈ। ਯਿਸੂ ਮੂਸਾ ਨਾਲ ਆਦਰਯੋਗ ਹੈ। ਉਪਰੰਤ ਚੈਪਟਰ 3 ਹੇ ਭਰਾਵੋ ਸਵਰਗੀ ਸੱਦੇ ਦੇ ਭਾਈ ਵਾਲੋ, ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪ੍ਰਧਾਨ ਜਾਜਕ ਯਿਸੂ ਵੱਲ ਧਿਆਨ ਕਰੋ, ਜਿਹੜਾ ਆਪਣੇ ਥਾਪਣ ਵਾਲੇ ਦੇ ਹੱਕ ਵਿੱਚ ਮਾਤਬਰ ਸੀ ਜਿਵੇਂ ਮੂਸਾ ਉਹਦੇ ਸਾਰੇ ਘਰ ਵਿੱਚ ਸੀ। ਕਿਉਂ ਜੋ ਘਰ ਨਾਲੋਂ ਜਿੰਨਾ ਘਰ ਬਣਾਉਣ ਵਾਲਾ ਆਦਰਯੋਗ ਹੁੰਦਾ ਹੈ ਉਹ ਵੀ ਉਸ ਮੂਸਾ ਨਾਲੋਂ ਵਧੇਰੇ ਆਦਰਯੋਗ ਹੈ। ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਹਨੇ ਸਭ ਕੁਝ ਬਣਾਇਆ ਉਹ ਪਰਮੇਸ਼ਰ ਹੈ। ਮੂਸਾ ਤਾਂ ਉਹਦੇ ਸਾਰੇ ਘਰ ਵਿੱਚ ਨੌਕਰ ਦੀ ਨਹੀਂ ਮਾਤਬਰ ਸੀ ਤੇ ਬਈ ਹੋਣ ਵਾਲੀਆਂ ਗੱਲਾਂ ਦੀ ਸਾਖੀ ਦੇਵੇ, ਪਰ ਮਸੀਹ ਪੁੱਤਰ ਦੀ ਨਿਆਈ ਉਹਦੇ ਘਰ ਵਿੱਚ ਹੈ। ਉਹਦਾ ਘਰ ਅਸੀਂ ਹਾਂ ਜੇ ਅਸੀਂ ਮਨੁੱਖ ਆਸ ਦੀ ਦਲੇਰੀ ਅਭਿਮਾਨ ਅੰਤ ਤੋੜੀ ਫੜੀ ਰੱਖੀਏ। ਸੋ ਪਵਿੱਤਰ ਆਤਮਾ ਆਖਦਾ ਹੈ, ਅੱਜ ਜੇ ਤੁਸੀਂ ਉਸਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ ਚ ਉਜਾੜ। ਆਪਣੇ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਪਰਖ ਕੇ ਜਾਚਿਆ ਵੀ 40 ਵਰੇ ਮੇਰੇ ਕੰਮ ਵੇਖੇ, ਇਸ ਕਾਰਨ ਮੈਂ ਇਸ ਪੀੜੀ ਤੋਂ ਗਰੰਜ ਹੋਇਆ। ਮੈਂ ਆਖਿਆ ਉਹ ਦਿਲੋਂ ਕੁਰਾਏ ਪੈਂਦੇ ਹਨ, ਉਹਨਾਂ ਨੇ ਮੇਰੇ ਰਾਹ ਨੂੰ ਨਾ ਜਾਣਿਆ। ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਅਤੇ ਇਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ। ਇਹ ਪ੍ਰਭੂ ਵੇਖਣ ਜਿਉਂਦੇ ਪਰਮੇਸ਼ਰ ਦੇ ਮੁਖ ਹੋਣ ਕਰਕੇ ਤੂੰ ਕਿਤੇ ਤੁਹਾਡਾ ਵਿੱਚੋਂ ਕਿਸ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ। ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ ਤੁਸੀਂ ਨਿੱਤ ਇੱਕ ਦੂਜੇ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚ ਕੋਈ ਪਾਪ ਦੇ ਧੋਖੇ ਵਿੱਚ ਕਠੋਰ ਨਾ ਹੋ ਜਾਵੇ। ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੇ ਹੋਏ ਹਾਂ, ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀ ਜਿਵੇਂ ਆਖਿਆ ਜਾਂਦਾ ਹੈ। ਅੱਜ ਦੇ ਦਿਨ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ। ਉਹ ਕਿਹੜੇ ਹਨ ਜਿਨ੍ਹਾਂ ਨੇ ਸੁਣ ਕੇ ਬਗਾਵਤ ਕੀਤੀ? ਭਲਾ ਉਹਨਾਂ ਸਭਨਾਂ ਨੇ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿਕਲ ਆਏ ਸਨ। ਅਤੇ ਉਹਨਾਂ ਕਿਹਨਾਂ ਨਾਲ 40 ਵਰੇ ਗਰੰਜ ਰਿਹਾ ਹੋ? ਭਲਾ ਉਹਨਾਂ ਨਾਲ ਨਹੀਂ ਜਿਨ੍ਹਾਂ ਨੇ ਪਾਪ ਕੀਤਾ, ਜਿਨ੍ਹਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ ਤੇ ਕਿਹਨਾਂ ਨੂੰ ਉਸਨੇ ਸਹੁੰ ਖਾ ਕੇ ਆਖਿਆ ਵੀ ਮੇਰੇ ਆਰਾਮ ਵਿੱਚ ਨਾ ਵੜਨਗੇ, ਪਰ ਉਹਨਾਂ ਨੂੰ ਜਿਹੜੇ ਅਣਆਗਿਆਕਾਰ ਸਨ। ਇਹ ਅਸੀਂ ਵੇਖਦੇ ਹਾਂ ਜੋ ਬੇਪਰਤੀਤੀ ਦੇ ਕਾਰਨ ਉਸ ਵਿੱਚ ਫੜ ਨਾ ਸਕੇ। ਪਰਮੇਸ਼ਰ ਦਾ ਆਰਾਮ ਮਹਾਪ੍ਰਧਾਨ ਜਾਜਕ ਯਿਸੂ ਚੈਪਟਰ 4। ਉਪਰੰਤ ਸਾਨੂੰ ਕਰਨਾ ਚਾਹੀਦਾ ਹੈ ਵਿਸ਼ਵਾਸ, ਡਰਨਾ ਚਾਹੀਦਾ ਹੈ ਵੀ ਨਾ ਹੋਵੇ ਜੋ ਉਹ ਆਰਾਮ ਦੇ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁਣਦਿਆਂ ਵੀ ਤੁਹਾਡੇ ਚੋਂ ਕੋਈ ਉਸ ਤੋਂ ਰਿਹਾ ਹੋਇਆ ਮਾਲੂਮ ਹੋਵੇ। ਕਿਉਂਕਿ ਸਾਨੂੰ ਖੁਸ਼ਖਬਰੀ ਸੁਣਾਈ ਗਈ ਤੇ ਜਿਵੇਂ ਉਹਨਾਂ ਨੂੰ ਵੀ ਸੀ ਉਹਨਾਂ ਨੇ ਵੀ ਸੁਣਿਆ ਹੋਇਆ ਬਚਨ, ਪਰ ਉਹਨਾਂ ਨੇ ਲਾਭਵੰਦ ਨਾ ਹੋਇਆ, ਫਾਇਦੇਮੰਦ ਨਾ ਹੋਇਆ, ਕਿਉਂਕਿ ਇਹ ਸੁਣਨ ਵਾਲਿਆਂ ਦੇ ਲਈ ਨਿਸ਼ਚਾ ਦੇ ਨਾਲ ਨਾ ਰਚਿਆ ਉਹਨਾਂ ਨੇ। ਕਿਉਂ ਜੋ ਜਿੰਨਾ ਅਸੀਂ ਨਿਸ਼ਚਾ ਕੀਤੀ ਉਹ ਆਰਾਮ ਵਿੱਚ ਵੜਦੇ ਹਾਂ। ਜੇਕਰ ਉਹਨੇ ਆਖਿਆ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਵੀ ਮੇਰੇ ਆਰਾਮ ਵਿੱਚ ਨਾ ਵੜਨਗੇ, ਭਾਵੇਂ ਉਹਦੀਆਂ ਕਾਰਾਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਹਨ। ਉਹਨੇ ਤਾਂ 7ਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਵੀ ਪਰਮੇਸ਼ਰ ਨੇ ਆਪਣੇ ਸਾਰੇ ਕੰਮਾਂ ਤੋਂ ਵਿਹਲਿਆਂ ਹੋ ਕੇ 7ਵੇਂ ਦਿਨ ਆਰਾਮ ਕੀਤਾ ਤੇ ਇਸ ਥਾਂ ਵਿੱਚ ਇਹ ਕਹਿੰਦਾ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ। ਸੋ ਜਦੋਂ ਕਈਆਂ ਲਈ ਉਸ ਵਿੱਚ ਵੜਨਾ ਤੇ ਬਾਕੀ ਰਹਿੰਦਾ ਹੈ ਤੇ ਜਿਹਨਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ ਉਹ ਅਣਆਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜ ਸਕੇ। ਅਤੇ ਫਿਰ ਇੰਨੇ ਚਿਰਾਂ ਪਿੱਛੋਂ ਦਾਊਦ ਦੀ ਜ਼ੁਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹਨੂੰ ਕਹਿੰਦਾ ਹੈ ਕਿ ਅੱਜ ਦਾ ਦਿਨ ਕਹਿੰਦਾ ਕਿ ਜਿਵੇਂ
ਅੱਗੇ ਕਿਹਾ ਗਿਆ ਹੈ, ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਜੇ ਜੋਸ਼ੂਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਪਰਮੇਸ਼ਰ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। ਗੱਲ ਕਰਦੀ ਪਰਮੇਸ਼ਰ ਦੀ ਪ੍ਰਜਾ ਲਈ ਸਬਤ ਦਾ ਆਰਾਮ ਅਜੇ ਵੀ ਬਾਕੀ ਰਹਿੰਦਾ ਹੈ, ਕਿਉਂਕਿ ਉਹ ਉਹਦੇ ਆਰਾਮ ਵਿੱਚ ਵੜ ਗਿਆ ਤੇ ਉਹਨੇ ਵੀ ਆਪ ਆਪਣੇ ਕੰਮਾਂ ਤੋਂ ਵਿਹਲਿਆ ਹੋ ਕੇ ਆਰਾਮ ਕੀਤਾ। ਜਿਵੇਂ ਪਰਮੇਸ਼ਰ ਨੇ ਆਪਣੇ ਕੰਮਾਂ ਤੋਂ, ਸੋ ਆਓ ਅਸੀਂ ਇਸ ਆਰਾਮ ਵਿੱਚ ਵੜਨ ਦਾ ਯਤਨ ਤਾਂ ਕਰੀਏ ਵੀ ਕੋਈ ਉਹਨਾਂ ਵਾਂਗੂ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ। ਕਿਉਂਕਿ ਪਰਮੇਸ਼ਰ ਵਿੱਚ ਜਿਉਂਦਾ ਤੇ ਗੁਣਕਾਰ ਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਤੇ ਜੀਵ ਤੇ ਆਤਮਾ ਤੇ ਔਰ ਬੰਦ ਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵੀ ਸੁੱਟਦਾ ਹੈ। ਮਨ ਦੀਆਂ ਵਿਚਾਰਾਂ ਦੀ ਧਾਰਨਾ ਨੂੰ ਜਾਂਚ ਲੈਂਦਾ ਹੈ। ਸ੍ਰਿਸ਼ਟੀ ਦੀ ਕੋਈ ਚੀਜ਼ ਉਸ ਤੋਂ ਲੁਕੀ ਹੋਈ ਨਹੀਂ ਜਿਹਨੂੰ ਅਸੀਂ ਲੇਖਾ ਦੇਣਾ ਹੈ, ਤੇ ਉਹਦੇ ਨੇਤਰਾਂ ਦੇ ਸਾਹਮਣੇ ਸਾਰੀਆਂ ਅਵਸਥਾ ਨੰਗੀਆਂ ਤੇ ਖੁੱਲੀਆਂ ਪਈਆਂ ਹਨ। ਸੋ ਜਦੋਂ ਇੱਕ ਸਾਡਾ ਮਹਾਂਪ੍ਰਧਾਨ ਜਾਜਕ ਜਿਹੜਾ ਆਕਾਸ਼ ਤੋਂ ਪਾਰ ਲੰਘ ਗਿਆ, ਅਰਥਾਤ ਪ੍ਰਭੂ ਪਰਮੇਸ਼ਰ ਪੁੱਤਰ ਯਿਸੂ, ਤਾਂ ਆਓ ਅਸੀਂ ਆਪਣੇ ਕੀਤੇ ਇਕਰਾਰ ਤੇ ਪੱਕੇ ਰਹੀਏ, ਕਿਉਂਕਿ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਵਰਤਾਇਆ ਗਿਆ ਅਤੇ ਉਹ ਪਾਪ ਤੋਂ ਰਹਿਤ ਰਿਹਾ। ਇਸ ਲਈ ਆਓ ਅਸੀਂ ਕਿਰਪਾ ਦੇ ਸੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ ਵੀ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। ਚੈਪਟਰ 5 ਪੁੱਤਰ ਸਦਾ ਲਈ ਜਾਜਕ ਹੈ। ਹਰੇਕ ਪ੍ਰਧਾਨ ਜੋ ਜਾਜਕ ਦੇ ਮਨੁੱਖਾਂ ਹੀ ਵਿੱਚੋਂ ਲਿਆ ਜਾਂਦਾ ਹੈ, ਪਰਮੇਸ਼ਰ ਦੇ ਕੰਮਾਂ ਦੇ ਰਾਹੀਂ ਪਰਮੇਸ਼ਰ ਦੇ ਮਨੁੱਖਾਂ ਦੇ ਨਿਮਿਤ ਥਾਪਿਆ ਜਾਂਦਾ ਹੈ ਵੀ ਭੇਟਾਂ ਤੇ ਪਾਪਾਂ ਦੇ ਲਈ ਬਲਿਦਾਨ ਚੜਾਵੇ ਅਤੇ ਉਹ ਨਦਾਨਾਂ ਤੇ ਭੁੱਲਿਆ ਹੋਇਆਂ ਦੇ ਨਾਲ ਨਰਮੀ ਕਰ ਸਕਦਾ ਹੈ, ਕਿਉਂਕਿ ਉਹ ਆਪ ਵੀ ਦੁਰਬਲਤਾਈ ਵਿੱਚ ਘਿਰਿਆ ਹੋਇਆ ਹੈ ਅਤੇ ਇਸੇ ਕਾਰਨ ਜਿਵੇਂ ਪ੍ਰਜਾ ਲਈ ਤਿਵੇਂ ਆਪਣੇ ਲਈ ਵੀ ਉਹਨੂੰ ਪਾਪਾਂ ਦੀ ਬਲੀ ਚੜਾਉਣੀ ਪੈਂਦੀ ਹੈ ਤੇ ਕੋਈ ਆਪਣੇ ਆਪ ਵਿੱਚ ਉਹ ਇੱਜ਼ਤ ਨਹੀਂ ਲੈਂਦਾ, ਪਰ ਜਦੋਂ ਹਰ ਉਹਨੇ ਨਿਆਂ ਪਰਮੇਸ਼ਰ ਦਾ ਬੁਲਾਇਆ ਹੋਇਆ ਹੋਵੇ। ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਆਪੇ ਨਹੀਂ ਵਡਾਇਆ, ਪ੍ਰਧਾਨ ਜਾਜਕ ਬਣੇ, ਸਗੋਂ ਉਸਨੇ ਜਿਹਨੂੰ ਆਖਿਆ ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਵਾਇਆ ਹੈ। ਜਿਵੇਂ ਇੱਕ ਹੋਰ ਥਾਂ ਵਿੱਚ ਵੀ ਆਖਦਾ ਹੈ, ਤੂੰ ਮਲਕ ਸਦਕ ਦੀ ਪਦਵੀ ਦੇ ਅਨੁਸਾਰ ਸਦਾ ਸਿੱਖਦਾ ਜਾਜਕ ਹੈ। ਉਹਨੇ ਦਿਨੀ ਜਦੋਂ ਦੇਹਧਾਰੀ ਹੋਈ ਸੀ, ਬਹੁਤ ਸਾਹਾਂ ਮਾਰ ਕੇ ਹੰਝੂ ਘੇਰ ਕੇ ਉਹਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਤੇ ਮਿੰਨਤਾਂ ਕੀਤੀਆਂ, ਤੇ ਪਰਮੇਸ਼ਰ ਦਾ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ। ਭਾਵੇਂ ਉਹ ਪੁੱਤਰ ਸੀ, ਪਰ ਉਹਨੇ ਜਿਹੜੇ ਉਸਨੇ ਦੁੱਖ ਭੋਗੇ ਉਹਨਾਂ ਤੇ ਆਗਿਆਕਾਰੀ ਸਿੱਖੀ ਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਉਹਦੇ ਆਗਿਆਕਾਰ ਸਨ ਸਦਾ ਦੀ ਗਤੀ ਦਾ ਕਾਰਨ ਹੋਇਆ। ਉਹ ਪਰਮੇਸ਼ਰ ਦੀ ਵੱਲੋਂ ਮਲਕ ਸਦਕ ਦੀ ਪਦਵੀ ਦੇ ਅਨੁਸਾਰ ਪ੍ਰਧਾਨ ਜਾਜਕਾਂ ਕਰਕੇ ਆਖਿਆ ਗਿਆ। ਉਹਦੇ ਵਿਖੇ ਅਸੀਂ ਬਹੁਤ ਕੁਝ ਆਖਣਾ ਹੈ ਜਾਂ ਅਰਥ ਕਰਨਾ ਔਖਾ ਹੈ, ਇਸ ਲਈ ਜੋ ਕਈ ਤਾਂ ਕੰਨਾਂ ਤੇ ਗੋਲੇ ਹੋ ਗਏ ਹੋਣ, ਕਿਉਂ ਜੋ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ, ਪਰ ਤੁਹਾਨੂੰ ਲੋੜ ਹੈ ਕਿ ਤੁਸੀਂ ਪਰਮੇਸ਼ਰ ਦੀ ਬਾਣੀ ਦੇ ਮੂਲ ਮੰਤਰ ਦਾ ਮੁੱਢ ਫੇਰ ਸਿੱਖੋ ਤੇ ਸਿਖਾਵੋ। ਤੁਸੀਂ ਮੇਰੇ ਇਹੋ ਜਿਹੇ ਬਣ ਗਏ ਹੋ ਕਿ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ। ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਤੇ ਧਰਮ ਦੇ ਵਚਨ ਤੋਂ ਅਣਜਾਣ ਹੈ, ਇਸ ਲਈ ਕੋਈ ਨਿਆਣਾ ਹੈ, ਪਰ ਅੰਨ ਸਿਆਣਿਆਂ ਲਈ ਹੈ, ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ। ਫਿਰ ਜਾਣ ਦਾ ਖਤਰਾ ਪਰਮੇਸ਼ਰ ਦੀ ਸਹੁੰ ਤੋਂ ਆਸਾ। ਚੈਪਟਰ 6 ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦਿ ਗੱਲਾਂ ਛੱਡ ਕੇ ਸਿਆਣਪ ਹੋਣੇ ਵੱਲ ਅੱਗਾ ਨੂੰ ਵੱਧਦੇ ਜਾਈਏ। ਮੁਰਦੇ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਕੇ ਨਾ ਧਰੀਏ, ਨਾਲੇ ਪਰਮੇਸ਼ਰ ਉੱਤੇ ਨਿਸ਼ਚਾ ਕਰਨ ਦੀ, ਇਸ਼ਨਾਨਾਂ ਦੀ ਸਿੱਖਿਆ ਦੀ, ਹੱਥ ਰੱਖਣ ਦੀ, ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਵ ਨਿਆਂ ਦੀ। ਪਰਮੇਸ਼ਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ, ਕਿਉਂ ਜੋ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਅਤੇ ਸੁਰਗੀ ਦਾਨ ਦਾ ਸਵਾਦ ਚੱਖਿਆ, ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਪਰਮੇਸ਼ਰ ਦੇ ਸ਼ੁਭ ਵਚਨ ਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਖਿਆ ਤੇ ਮਗਰੋਂ ਬੇਮੁਖ ਹੋ ਗਏ, ਤੇ ਉਹਨਾਂ ਤੋਂ ਫਿਰ ਨਵੇਂ ਸਿਰੇ ਤੋਂ ਬਾਅਦ ਕਰਵਾਉਣੀ ਅਣਹੋਣੀ ਹੈ। ਇਸ ਲਈ ਜੋ ਪਰਮੇਸ਼ਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਲੀਬ ਉੱਤੇ ਚੜ੍ਹਦੇ ਤੇ ਸਰੀਰਕ ਬੇਪੱਤ ਕਰਦੇ ਹਨ, ਉਹ ਜਿਹੜੇ ਭਾਵ ਤੋਂ ਉਸ ਵਰਖਾ ਨੂੰ ਜੋ ਉਸ ਉੱਤੇ ਬਾਰ-ਬਾਰ ਪੈਂਦੀ ਹੈ ਪੀ ਗਈ ਤੇ ਜਿਨ੍ਹਾਂ ਲਈ ਵਾਹੀ ਜਾਂਦੀ ਹੈ, ਉਹਨਾਂ ਦੇ ਯੋਗ ਸਾਕਪਤ ਗਾਉਂਦੀ ਹੈ ਅਤੇ ਪਰਮੇਸ਼ਰ ਤੋਂ ਵਾਰ ਮਿਲਦਾ ਹੈ। ਪਰ ਜੇ ਉਹ ਕੰਡਿਆਲੀ ਉੱਤੇ ਪਖੜੇ ਉਤਪਤ ਕਰੇ ਤਾਂ ਪ੍ਰਵਾਨ ਹੁੰਦੀ ਹੈ, ਸ਼ਰਾਪੀ ਜਾਣ ਦੇ ਨੇੜੇ ਤੇ ਉਹਦਾ ਜਿਹਦਾ ਅੰਤ ਭਸਮ ਕਰ ਜਾਣਾ ਹੈ। ਪਰ ਇਹ ਪਿਆਰਿਓ, ਭਾਵੇਂ ਅਸੀਂ ਇਹੋ ਆਖਦੇ ਹਾਂ, ਪਰ ਤੁਹਾਡੇ ਵੱਲੋਂ ਸਾਨੂੰ ਨਾਲੇ ਅੱਛੀਆਂ ਗੱਲਾਂ ਦੀ ਆਸ ਹੈ ਤੇ ਉਹਨਾਂ ਦੀ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ, ਕਿਉਂ ਜੋ ਪਰਮੇਸ਼ਰ ਉਹ ਕਮਾਈ ਨਹੀਂ ਸਗੋਂ ਤੁਹਾਡੇ ਕੰਮ ਨੂੰ ਤੇ ਉਸ ਪ੍ਰੇਮ ਨੂੰ ਜਿਹੜਾ ਭੁੱਲ ਜਾਵੇ ਜਿਹੜਾ ਤੁਸੀਂ ਉਹਨਾਂ ਦੇ ਨਾਮ ਨਾਲ ਵਿਖਾਇਆ ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ। ਨਾਲ ਕਰਦੇ ਵੀ ਤੁਸੀਂ ਚਾਹੁੰਦੇ ਹੋ
ਕਿ ਤੁਹਾਡੇ ਵਿੱਚੋਂ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੇ ਉਹੋ ਜਿਹਾ ਯਤਨ ਕਰੇ ਤਾਂ ਜੋ ਤੁਸੀਂ ਆਲਸੀ ਨਾ ਬਣੋ, ਸਗੋਂ ਦੀ ਰੀਸ ਕਰੋ ਜਿਹੜੇ ਨਿਸ਼ਚਾ ਅਤੇ ਧੀਰਜ ਦੇ ਰਾਹੀਂ ਵਾਅਦਿਆਂ ਦੇ ਅਧਿਕਾਰੀ ਹੁੰਦੇ ਹਨ। ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਵਚਨ ਦਿੱਤਾ, ਇਸ ਕਰਕੇ ਜੋ ਆਪਣੇ ਨਾਲ ਵੱਡਾ ਕੋਈ ਨਾ ਵੇਖਿਆ ਉਹਦੀ ਸਹੁੰ ਖਾਂਦਾ ਤੇ ਉਸਨੂੰ ਆਪਣੀ ਹੀ ਸਹੁੰ ਖਾ ਕੇ ਆਖਿਆ ਕਿ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦੇਵਾਂਗਾ ਤੇ ਤੇਰਾ ਵਾਧੇ ਤੇ ਵਾਧਾ ਕਰਾਂਗਾ। ਇਸ ਤਰ੍ਹਾਂ ਉਸਨੇ ਧੀਰਜ ਕਰਕੇ ਉਸ ਦਿੱਤੇ ਹੋਏ ਵਚਨ ਨੂੰ ਪ੍ਰਾਪਤ ਕੀਤਾ। ਆਦਮੀ ਤਾਂ ਆਪਣੇ ਨਾਲ ਕਿਸੇ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਉਹਨਾਂ ਦੇ ਹਰੇਕ ਝਗੜੇ ਵਿੱਚ ਸਬੂਤੀ ਦੀ ਸਹੁੰ ਖਾਣੀ ਬਸ ਹੈ। ਇਸ ਕਰਕੇ ਜਦੋਂ ਪਰਮੇਸ਼ਰ ਨੇ ਵਾਅਦੇ ਦੇ ਅਧਿਕਾਰੀਆਂ ਉੱਤੇ ਆਪਣੀ ਮਨਸ਼ਾ ਨੂੰ ਹੋਰ ਵੀ ਢਲ ਕਰਕੇ ਪ੍ਰਗਟ ਕਰਨਾ ਚਾਹਿਆ ਤਾਂ ਵਿਚਾਰੇ ਸਹੁੰ ਲਿਆਂਦੀ ਬਈ ਦੋ ਅਟੱਲ ਗੱਲਾਂ ਦੇ ਦੁਆਰਾ ਇਹਨਾਂ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਝੂਠ ਬੋਲਣਾ ਹੋਣਾ ਹੈ ਸਾਨੂੰ ਪੱਕਾ ਦਿਲਾਸਾ ਮਿਲੇ, ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸਾਂ ਨੂੰ ਫੜ ਲੈਣ ਵੀ ਭੱਜ ਕੇ ਅਪਣਾ ਲੈਂਦੇ ਹਨ ਅਤੇ ਉਹ ਆਸਾ ਮਾਨੋ ਸਾਡੀ ਜਾਨ ਦਾ ਲੰਗਰ ਹੈ, ਜਿਹੜਾ ਅਟੱਲ ਤੇ ਅਸਥਿਰ ਹੈ ਤੇ ਉਸ ਥਾਂ ਪੁੱਜਦਾ ਹੈ ਜੋ ਹਰ ਪੜ੍ਹਦੇ ਦੇ ਅੰਦਰ ਹੈ ਤੇ ਜਿੱਥੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪ੍ਰਵੇਸ਼ ਕੀਤਾ, ਜਿਹੜਾ ਮਲਕ ਸਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਪ੍ਰਧਾਨ ਜਾਜਕ ਬਣਿਆ। ਮਲਕ ਸਦਕ ਦੀ ਪਦਵੀ ਦੇ ਅਨੁਸਾਰ ਪ੍ਰਭੂ ਦੀ ਜਾਜਕਾਈ ਚੈਪਟਰ 7। ਤੇ ਇਹ ਮਲਕ ਸਦਕ ਸਲੇਮ ਦਾ ਰਾਜਾ ਅਤੇ ਆਤਮਹਾਨ ਦਾ ਜਾਜਕ ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਾ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਤੇ ਉਹਨੂੰ ਅਸੀਸ ਦਿੱਤੀ ਤੇ ਜਿਸਨੂੰ ਅਬਰਾਹਮ ਨੇ ਸਭਨਾਂ ਵਸਤਾਂ ਦਾ ਦਸੌਂਦ ਵੀ ਦਿੱਤਾ ਤੇ ਪਹਿਲਾਂ ਆਪਣੇ ਨਾਮ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਸੀ ਉਹ, ਤੇ ਫਿਰ ਸਲੇਮ ਦਾ ਰਾਜਾ ਵੀ ਅਰਥਾਤ ਸਲਾਮਤੀ ਦਾ ਰਾਜਾ, ਜਿਹਦਾ ਨਾ ਪਿਤਾ ਨਾ ਮਾਤਾ ਨਾ ਕੁਲ ਪੱਥਰੀ ਹੈ, ਜਿਹਦੇ ਨਾ ਜਿਹਨਾਂ ਦਾ ਆਦਿ ਤੇ ਨਾ ਜੀਵਨ ਦਾ ਅੰਤ ਹੈ, ਪਰੰਤੂ ਪਰਮੇਸ਼ਰ ਦੇ ਪੁੱਤ ਤੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ। ਹੁਣ ਧਿਆਨ ਕਰੋ ਜੋ ਇੱਕ ਕਿੱਡਾ ਮਹਾਨ ਮਸੀਹ ਇਹਨੂੰ ਘਰਾਣੇ ਦੇ ਸਰਦਾਰ ਅਬਰਾਹਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ 10ਵਾਂ ਹਿੱਸਾ ਦਿੱਤਾ ਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ ਉਹਨਾਂ ਨੂੰ ਉਸ ਫਰਜ਼ਾ ਤੋਂ ਜ਼ਿਆਦਾ ਅਰਥਾਤ ਆਪਣੇ ਭਰਾਵਾਂ ਤੋਂ ਭਾਵੇਂ ਉਹ ਅਬਰਾਹਮ ਦੀ ਹਾਂਸ ਵਿੱਚੋਂ ਹੀ ਹਨ ਸ਼ਰਅ ਦੇ ਅਨੁਸਾਰ ਦਸਵੰਧ ਲੈਣ ਦਾ ਹੁਕਮ ਹੈ। ਪਰ ਜਿਹਦੀ ਕੁਲ ਪੱਤਰੀ ਉਹਨਾਂ ਦੇ ਨਾਲ ਨਹੀਂ ਸੀ ਰਲਦੀ ਉਸਨੇ ਅਬਰਾਹਮ ਤੋਂ 10ਵਾਂ ਹਿੱਸਾ ਲਿਆ। ਉਸਨੇ ਅਸੀਸ ਦਿੱਤੀ ਔਰ ਉਸਨੂੰ ਬਚਨ ਦਿੱਤੇ ਹੋਏ ਹਨ, ਪਰ ਕੋਈ ਸ਼ੱਕ ਨਹੀਂ ਵੀ ਛੋਟੇ ਨੂੰ ਵੱਡੇ ਤੋਂ ਅਸੀਸ ਮਿਲਦੀ ਹੈ। ਔਰ ਇੱਥੇ ਮਰਨ ਵਾਲੇ ਆਦਮੀ ਦਸਵੰਧ ਲੈਂਦੇ ਹਨ, ਪਰ ਉੱਥੇ ਉਹ ਲੈਂਦਾ ਜਿਹਦੇ ਵੇਖੇ ਇਹ ਸਾਖੀ ਦਿੱਤੀ ਜਾਂਦੀ ਹੈ ਵੀ ਉਹ ਜਿਉਂਦਾ ਰਹੇ। ਉਹ ਇਹ ਆਖ ਸਕਦੇ ਹਾਂ ਉਹਨੂੰ ਇਹ ਆਖ ਸਕਦੇ ਕਿ ਲੇਵੀ ਨੇ ਵੀ ਜਿਹੜਾ ਦਸੌਂਦ ਲੈਂਦਾ ਹੈ ਅਬਰਾਹਮ ਦੇ ਰਾਹੀਂ ਦਸੌਂਦ ਦਿੱਤਾ, ਕਿਉਂ ਜੋ ਉਹ ਆਪਣੇ ਪਿਓ ਦੀ ਦੇਹ ਵਿੱਚ ਸੀ ਅਤੇ ਜਿਸ ਵੇਲੇ ਮਲਕ ਸਦਕ ਨੂੰ ਉਹਨੂੰ ਆ ਮਿਲਿਆ। ਸੋ ਜੋ ਲੇਵੀ ਵਾਲੀ ਜਾਜਕਾਈ ਨਾਲ ਜਿਹਦੇ ਹੁੰਦਿਆਂ ਕੌਮਾਂ ਨੂੰ ਸ਼ਰ੍ਹਾ ਮਿਲੀ ਸੀ ਸੰਪੂਰਨਤਾ ਹੀ ਪ੍ਰਾਪਤ ਹੁੰਦੀ, ਤਾਂ ਫਿਰ ਕੀ ਲੋੜ ਸੀ ਜੋ ਮਲਕ ਸਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਤੇ ਹਾरून ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ, ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਸ਼ਰ੍ਹਾ ਦਾ ਬਦਲਣਾ ਅਵਸ਼ਕ, ਕਿਉਂਕਿ ਜਿਹਦੇ ਵੇਖੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਕਿਸੇ ਹੋਰ ਗੋਤ ਦਾ ਹੈ ਜਿਹਦੇ ਵਿੱਚ ਜਗਵੇਦੀ ਦੇ ਅੱਗੇ ਕਿੰਨੇ ਸੇਵਾ ਨਹੀਂ ਕੀਤੀ, ਕਿਉਂਕਿ ਇਹ ਪ੍ਰਗਟ ਹੈ ਵੀ ਸਾਡਾ ਪ੍ਰਭੂ ਯਹੂਦਾ ਵਿੱਚੋਂ ਨਿਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਵੇਖੇ ਕੁਝ ਨਹੀਂ ਆਖਿਆ। ਅਤੇ ਜਦੋਂ ਮਲਕ ਸਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਜਿਹੜਾ ਸਰੀਰ ਦੇ ਸੰਬੰਧੀ ਹੁਕਮ ਦੇ ਅਨੁਸਾਰ ਨਹੀਂ ਪਰ ਵਿਨਾਸ਼ੀ ਜੀਵਨ ਦੀ ਸ਼ਕਤੀ ਦੇ ਅਨੁਸਾਰ ਬਣਿਆ, ਤਾਂ ਸਾਡਾ ਕਹਿਣਾ ਹੋਰ ਵੀ ਸਾਫ਼ ਹੁੰਦਾ ਹੈ, ਕਿਉਂਕਿ ਇਹ ਸਾਖੀ ਦਿੱਤੀ ਗਈ ਤਾਂ ਮਲਕ ਸਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈ। ਅਗਲਾ ਹੁਕਮ ਨਤਾਣਾ ਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ, ਕਿਉਂਕਿ ਸ਼ਰ੍ਹਾ ਨੇ ਕੁਝ ਵੀ ਸੰਪੂਰਨ ਨਹੀਂ ਕੀਤਾ। ਉਸ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸਾ ਰੱਖੀ ਗਈ ਅਤੇ ਜਿਸ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਨੇੜੇ ਉਪੜਦੇ ਹਾਂ, ਅਤੇ ਇਹ ਬਿਨਾਂ ਸਹੁੰ ਖਾਧੇ ਨਹੀਂ ਬਣਿਆ, ਕਿਉਂ ਜੋ ਉਹ ਬਿਨਾਂ ਸਹੁੰ ਖਾਧੇ ਜਾਜਕ ਬਣੇ ਸਨ, ਪਰ ਇਹ ਸਹੁੰ ਖਾਣ ਨਾਲ ਉਸ ਤੋਂ ਬਣਿਆ। ਜਿਨ ਉਸ ਨੂੰ ਆਖਿਆ ਪ੍ਰਭੂ ਨੇ ਸਹੁੰ ਖਾਧੀ ਤੇ ਉਹ ਨਹੀਂ ਬਦਲੇਗਾ, ਤੂੰ ਸਦਾ ਤੀਕ ਦਾ ਜਾਜਕ ਹੈ। ਸੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜਾਮਨ ਬਣਿਆ, ਇਉਂ ਕਿ ਬਹੁਤੇ ਜਾਜਕ ਬਣੇ ਸਨ, ਇਸ ਲਈ ਜੋ ਮੌਤ ਨੇ ਉਹਨਾਂ ਨੂੰ ਫਿਰ ਟਿਕਣ ਨਹੀਂ ਦਿੱਤਾ, ਪਰ ਇਸ ਸਦਾ ਤੀਕ ਜੋ ਰਹਿੰਦਾ ਹੈ, ਇਸ ਕਰਕੇ ਉਸ ਜਾਜਕਾਈ ਉਸ ਦੀ ਅਟੱਲ ਹੈ। ਇਸ ਲਈ ਵੀ ਉਸ ਦਾ ਜਿਹੜੇ ਉਸ ਦੇ ਰਾਹੀਂ ਪਰਮੇਸ਼ਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸਕਦਾ ਹੈ, ਕਿਉਂਕਿ ਉਹ ਉਹਨਾਂ ਦੀ ਸਿਫਾਰਿਸ਼ ਕਰਨ ਨੂੰ ਸਦਾ ਜਿਉਂਦਾ ਹੈ। ਇਹੋ ਜਿਹਾ ਪ੍ਰਧਾਨ ਜਾਜਕ ਸਾਡੇ ਲਈ ਫੱਬਦਾ ਹੈ, ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ
ਆਕਾਸ਼ ਤੋਂ ਉੱਤਾ ਕੀਤਾ ਹੋਇਆ ਹੋਵੇ, ਜਿਸ ਨੂੰ ਉਹਨਾਂ ਪ੍ਰਧਾਨ ਜਾਤਕਾਂ ਵਾਂਗੂ ਲੋੜ ਨਹੀਂ, ਪਰ ਪਹਿਲਾਂ ਆਪਣੇ ਅਤੇ ਫਿਰ ਪ੍ਰਜਾ ਦੇ ਪਾਪਾਂ ਲਈ ਬਲੀਦਾਨ ਵਿੱਚ ਨਿਤ ਚੜਾਇਆ ਹੋਵੇ, ਕਿਉਂ ਜੋ ਉਹ ਇੱਕੋ ਵਾਰੀ ਇਹ ਕਰਕੇ ਗੁਜ਼ਰਿਆ ਅਤੇ ਆਪਣੇ ਆਪ ਨੂੰ ਛੁਡਾ ਦਿੱਤਾ ਤੇ ਸਭਾ ਮਨੁੱਖਾਂ ਨੂੰ ਜਿਹੜੇ ਨਿਤਾਣੇ ਸਨ ਪ੍ਰਧਾਨ ਜਾਜਕ ਠਹਿਰਾਉਂਦੀ ਹੈ। ਪਰ ਸਹੁੰ ਦਾ ਵਚਨ ਜਿਹੜਾ ਸ਼ਰਾਂ ਦੇ ਮਗਰੋਂ ਹੋਇਆ ਸੀ, ਪੁੱਤਰ ਨੂੰ ਜੋ ਸਦਾ ਤੀਕਦਾ ਸਿੱਧ ਕੀਤਾ ਹੋਇਆ ਹੈ। ਸਵਰਗੀ ਪ੍ਰਧਾਨ ਜਾਜਕ ਅਤੇ ਨਵਾਂ ਨੇਮ। ਹੁਣ ਜਿਹੜੀਆਂ ਗੱਲਾਂ ਅਸੀਂ ਪੈ ਆਖਦੇ ਹਾਂ, ਉਹਨਾਂ ਵਿੱਚੋਂ ਕੁਝ ਮੁੱਖ ਗੱਲਾਂ ਇਹ ਹਨ ਵੀ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ਾਂ ਉੱਤੇ ਵਾਹਿਗੁਰੂ ਦੇ ਸਿੰਘਾਸਨ ਦੇ ਸਾਹਮਣੇ ਸੱਜੇ ਪਾਸੇ ਵਿਰਾਜਮਾਨ ਹੈ। ਉਹ ਪਵਿੱਤਰ ਸਥਾਨ ਦਾ ਅਤੇ ਉਸ ਸਫਲ ਡੇਰੇ ਦਾ ਉਪਾਸਕ ਹੈ, ਜਿਹਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੂ ਨੇ ਗੱਢਿਆ। ਹਰੇਕ ਪ੍ਰਧਾਨ ਜਾਜਕ ਭੇਟਾਂ ਤੇ ਬਲੀਦਾਨ ਚੜਾਉਣ ਨੂੰ ਥਾਪਿਆ ਜਾਂਦਾ ਹੈ। ਇਸ ਕਾਰਨ ਲੋੜੀਂਦਾ ਸੀ ਵੀ ਉਹਦੇ ਨਾਲ ਕੋਲ ਵੀ ਕੁਝ ਚੜਾਉਣ ਨੂੰ ਕੁਝ ਹੋਵੇ, ਪਰ ਜੇ ਕੋਈ ਧਰਤੀ ਉੱਤੇ ਹੁੰਦਾ ਤਾਂ ਹੀ ਜਾਜਕ ਹੁੰਦਾ ਹੀ ਨਾ। ਪਰ ਜੋ ਸ਼ਰਾਂ ਦੇ ਅਨੁਸਾਰ ਭੇਟਾਂ ਚੜਾਉਣ ਵਾਲੇ ਤਾਂ ਹੁੰਦੇ ਹੀ ਹਨ, ਜਿਹੜੇ ਸਵਰਗੀ ਵਸਤਾਂ ਦੇ ਨਮੂਨੇ ਤੇ ਪਛਾਣ ਦੀ ਸੇਵਾ ਕਰਦੇ ਹਨ। ਜਿਵੇਂ ਮੂਸਾ ਨੂੰ ਪਰਮੇਸ਼ਰ ਵੱਲੋਂ ਹੁਕਮ ਮਿਲਿਆ ਸੀ, ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਅਤੇ ਉਸ ਦੇ ਅਨੁਸਾਰ ਉਹ ਸਭ ਕੁਝ ਬਣਾਏ। ਅਤੇ ਹੁਣ ਜਿੰਨਾ ਉਗਲੇ ਨਾਲੋਂ ਇੱਕ ਉੱਤਮ ਨੇਮ ਦਾ ਹਿੱਸਾ ਬਣਿਆ ਹੋਇਆ ਸੀ, ਉੱਤੇ ਬਣਾਇਆ ਸੀ, ਤੇ ਉਨੀ ਹੀ ਉਸਨੂੰ ਚੰਗੀ ਸੇਵਕਾਈ ਮਿਲੀ। ਪਰ ਜੇ ਉਹ ਪਹਿਲਾਂ ਨੇਮ ਦੇ ਨਾਲ ਨੁਕਸ ਹੁੰਦਾ ਤਾਂ ਦੂਏ ਲਈ ਵੀ ਉਹਨੂੰ ਨਾ ਪਾਲੀ ਜਾਂਦੀ, ਦੂਏ ਲਈ ਵੀ ਥਾਂ ਨਾ ਪਾਲੀ ਜਾਂਦੀ, ਕਿਉਂ ਜੋ ਉਹਨਾਂ ਉੱਤੇ ਉਹਦਾ ਜੋ ਕਹਿੰਦਾ ਹੈ ਉਹ ਇੱਕੋ ਦਿਨ ਆ ਰਿਹਾ। ਜਦੋਂ ਪ੍ਰਭੂ ਆਉਂਦਾ ਹੈ, ਜਦੋਂ ਪ੍ਰਭੂ ਆਖਦਾ ਹੈ ਮੈਂ ਇਸਰਾਇਲ ਦੇ ਘਰਾਣੇ ਨਾਲ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬਣੂਗਾ, ਉਹ ਨੇਮ ਜਿਹੜਾ ਉਹ ਨੇਮ ਵਾਂਗੂ ਨਹੀਂ ਜਿਹੜਾ ਮੈਂ ਉਹਨਾਂ ਦੇ ਪਿਓ ਦੇ ਨਾਲ ਬੰਨਿਆ। ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਤਾਂ ਉਹਨਾਂ ਨੂੰ ਮਿਸਰ ਦੇ ਦੇਸ਼ ਵਿੱਚੋਂ ਬਾਹਰ ਲਿਆਂਦਾ, ਉਹ ਤਾਂ ਮੇਰੇ ਨੇਮ ਦੇ ਉੱਤੇ ਕਾਇਮ ਨਾ ਰਹੇ, ਪਰ ਮੈਂ ਉਹਨਾਂ ਦੀ ਕੁਝ ਪਰਵਾਹ ਨਾ ਕੀਤੀ। ਇਹ ਪ੍ਰਭੂ ਆਖਦਾ ਹੈ। ਉਹ ਨੇਮ ਜਿਹੜਾ ਮੈਂ ਇਸਰਾਇਲ ਦੇ ਘਰਾਣੇ ਨਾਲ ਬੰਨਾਂਗਾ, ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਦੇ ਮਨਾਂ ਵਿੱਚ ਉਹਨਾਂ ਵਿੱਚ ਪਾਵਾਂਗਾ, ਉਹਨਾਂ ਦੇ ਹਿਰਦਿਆਂ ਉੱਤੇ ਉਹਨਾਂ ਨੂੰ ਲਿਖਾਂਗਾ। ਉਹਨਾਂ ਦਾ ਪਰਮੇਸ਼ਰ ਹੋਵਾਂਗੇ ਤੇ ਮੇਰੀ ਪ੍ਰਜਾ ਹੋਣਗੇ। ਹਰ ਕੋਈ ਆਪਣੇ ਵਚਨ ਨੂੰ ਨਹੀਂ ਸਿਖਾਵੇਗਾ, ਹਰ ਕੋਈ ਆਪਣੇ ਭਾਈ ਨੂੰ ਇਹ ਕਹਿ ਕੇ ਪ੍ਰਭੂ ਯਿਸੂ ਨੂੰ ਜਾਣੇ, ਕਿਉਂ ਜੋ ਉਹ ਸਭ ਮੈਨੂੰ ਜਾਣਨਗੇ। ਮੈਂ ਉਹਨਾਂ ਨੇ ਛੋਟੇ ਤੋਂ ਲੈ ਕੇ ਵੱਡੇ ਤੀਕ ਮੈਂ ਤਾਂ ਉਸਦੇ ਇੱਕ ਧਰਮਾਂ ਉੱਤੇ ਤਰਸਵਾਨ ਹੋਵਾਂਗਾ। ਉਹਦੇ ਪਾਪਾ ਨੂੰ ਹੋਰ ਫਿਰ ਕਦੀ ਚੇਤੇ ਨਾ ਕਰਾਂਗਾ। ਜਦੋਂ ਉਸਨੇ ਆਪਣਾ ਨਵਾਂ ਨੇਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਹਿਰਾਇਆ ਹੈ। ਸੋ ਜੋ ਕੁਝ ਪੁਰਾਣਾ ਹੋਇਆ ਚਿਰਕਾਲ ਦਾ ਹੈ ਅਤੇ ਉਹ ਅਲੋਪ ਹੋਣ ਦੇ ਨੇੜੇ ਹੈ। ਚੈਪਟਰ 9 ਮਸੀਹ ਦਾ ਇੱਕੋ ਹੀ ਵਾਰ ਦਾ ਬਲੀਦਾਨ। ਸੋ ਪੁਰਾਣੇ ਨੇਮ ਵਿੱਚ ਬੰਦਗੀ ਦੀਆਂ ਵਿਧੀਆਂ ਅਤੇ ਸੰਸਾਰਕ ਪਵਿੱਤਰ ਸਥਾਨ ਹੈਗਾ ਸੀ, ਕਿਉਂ ਜੋ ਇੱਕ ਹੋਰ ਤੰਬੂ ਬਣਾਇਆ ਗਿਆ, ਅਰਥਾਤ ਪਹਿਲਾਂ ਜਿਹਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਦੂਰੀਆਂ ਰੋਟੀਆਂ ਸਨ। ਇਹ ਪਵਿੱਤਰ ਸਥਾਨ ਅਕਸਰ ਆਉਂਦਾ ਸੀ ਤੇ ਦੂਜੇ ਪਰਦੇ ਦੇ ਅੰਦਰ ਇੱਕ ਤੰਬੂ ਸੀ ਜਿਹੜਾ ਆਪ ਪਵਿੱਤਰ ਸਤਾਉਂਦਾ ਹੈ, ਜਿਹਦੇ ਵਿੱਚ ਧੂਫ ਦਿਖਾਉਣ ਦੀ ਸੁਗੰਧੀ ਦੀ ਜਗਵੇਦੀ ਸੀ ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਦੁਆਲੇ ਦੇ ਸੋਨੇ ਨਾਲ ਮੜਿਆ, ਜਿਸ ਵਿੱਚ ਮਨ ਦਾ ਭੱਜਿਆ ਹੋਇਆ ਇੱਕ ਸੋਨੇ ਦਾ ਵੱਛਾ ਅਤੇ ਹਾਰਨ ਦੀ ਛਿੱਟੀ, ਇਸ ਵਿੱਚੋਂ ਲਗਰਾ ਫੁੱਟ ਨਿਕਲੇ ਸਨ ਅਤੇ ਨੇਮ ਦੀਆਂ ਪੱਟੀਆਂ ਸਨ ਅਤੇ ਉਸ ਦੇ ਉੱਪਰ ਤੇਜ ਕਰੂਬੀ ਸਨ ਜਿਹਨਾਂ ਪ੍ਰਾਸ਼ਤ ਦੇ ਥਾਂ ਉੱਤੇ ਛਾਇਆ ਕੀਤੀ ਸੀ, ਜਿਹਨਾਂ ਵਸਤਾਂ ਦੇ ਇੱਕ ਕਰਕੇ ਬਿਆਨ ਕਰਨ ਦਾ ਹੁਣ ਵੇਲਾ ਨਹੀਂ। ਸੁਝਾਏ ਰਸਤਾ ਤਿਆਰ ਕੀਤੀਆਂ ਤਾਂ ਪਹਿਲੇ ਤੰਬੂ ਦੇ ਅੰਦਰ ਜਾਜਕ ਨਿਸਦਾ ਸੇਵਾ ਦੇ ਕੰਮ ਨੂੰ ਕਰਦੇ ਸਨ, ਪਰ ਦੂਏ ਦੇ ਅੰਦਰ ਇਕੱਲਾ ਪ੍ਰਧਾਨ ਜਾਜਕ ਬੜੇ ਦਿਨਾਂ ਵਿੱਚ ਸਵਰਗ ਦਿਨਾਂ ਪਿੱਛੋਂ ਇੱਕ ਵਾਰੀ ਜਾਂਦਾ ਹੁੰਦਾ ਸੀ, ਪਰ ਲਹੂ ਬਿਨਾਂ ਨਹੀਂ, ਜਿਸਨੂੰ ਆਪਣੀ ਅਤੇ ਪ੍ਰਜਾ ਦੀਆਂ ਭੁੱਲਾਂ ਚੁੱਕਣ ਲਈ ਹੀ ਚੜਾਉਣਾ ਸੀ। ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਕਿ ਪਵਿੱਤਰ ਸਥਾਨਾਂ ਦਾ ਰਾਹ ਅਜੇ ਖੁੱਲ੍ਹਾ ਨਹੀਂ ਸੀ ਤੇ ਜਿੰਨਾ ਚਿਰ ਫਿਰ ਡੇਰਾ ਖਲੋਤਾ ਸੀ, ਜਿਹੜਾ ਇਸ ਵਰਤਮਾਨ ਲਈ ਇੱਕ ਦ੍ਰਿਸ਼ਟਾਂਤ ਜਿਹਦੇ ਅਨੁਸਾਰ ਇਹ ਸਾਰੀਆਂ ਛੋਟੀਆਂ ਤੇ ਬਲੀਦਾਨ ਭੇਟਾਂ ਦੇ ਬਲੀਦਾਨ ਨੂੰ ਚੜਾਏ ਜਾਂਦੇ ਹਨ।
ਸੋ ਭੋਜਨ ਖਾਣ ਵਾਲੇ ਤੇ ਅੰਤ ਕਰਨ ਨੂੰ ਸ਼ਾਮਲ ਨਹੀਂ ਕਰ ਸਕਦੇ। ਇਹ ਖਾਣ ਪੀਣ ਤੇ ਭਾਂਤ ਦੇ ਸਨ ਨਿਰੀਆਂ ਸਰੀਰਕ ਵਿਧੀਆਂ ਸਨ ਜਿਹੜੀਆਂ ਸੁਧਾਰਨ ਦੇ ਸਮੇਂ ਤੇ ਠਹਿਰਾਈਆਂ ਗਈਆਂ। ਜਦ ਉਸ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਤੇ ਪੂਰਨ ਡੇਰੇ ਤੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੈ ਨਹੀਂ ਸੀ, ਅਰਥਾਤ ਇੱਕ ਸ੍ਰਿਸ਼ਟੀ ਗੱਲ ਹੈ ਨਹੀਂ ਸੀ। ਉਹ ਬੱਕਰੀਆਂ ਤੇ ਭਾਂਡਿਆਂ ਵੱਡਿਆਂ ਦੇ ਲਹੂ ਦੇ ਰਾਹੀਂ ਇੱਕ ਨਵੀਂ ਆਪਣੇ ਹੀ ਲਹੂ ਦੇ ਤਰ੍ਹਾਂ ਹੀ ਪੁੱਤਰ ਆਤਮਾ ਦੇ ਅੰਦਰ ਸਦੀਪ ਰੱਖ ਜਿਹੜਾ ਨਸਾਰਾ ਕਮਾ ਕੇ ਉਸ ਵੱਲ ਅੰਦਰ ਗਿਆ। ਉਸਨੂੰ ਬੱਕਰਿਆਂ ਤੇ ਵਿਰਕਿਆਂ ਦਾ ਲਹੂ ਔਰ ਬਾਹਰ ਦੀ ਸੁਆਹ ਜਿਹੜੀ ਸ੍ਰਿਸ਼ਟੀ ਉੱਤੇ ਥੋੜੀ ਸੀ ਪਾਵਨ ਉਸੇ ਸ਼ੁੱਧ ਕਰਨ ਦੀ ਵਿੱਚ ਪਵਿੱਤਰ ਕਰਦੀ ਹੈ ਤਾਂ ਕਿੰਨੇ ਵਧੇਕ ਮਸੀਹ ਦਾ ਲਹੂ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਦੇ ਵਿੱਚ ਚੜਾਇਆ ਹੋਇਆ ਤੇ ਤੁਹਾਡੇ ਅੰਤਕਰਨ ਮੁਰਦਿਆਂ ਦੇ ਕੰਮ ਤੇ ਸ਼ੁੱਧ ਵੀ ਕਰੇਗਾ ਕਿਉਂਕਿ ਤੁਸੀਂ ਜਾਂਦੇ ਪਰਮੇਸ਼ਰ ਦੀ ਉਪਾਸਨਾ ਕਰੋ। ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਵੀ ਉਹ ਜਿਹੜੇ ਸੱਦੇ ਹੋਏ ਸਨ ਸਲੀਪ ਕਾਲ ਦੇ ਅਤੇ ਜੋ ਮੂਸਾ ਸ਼ਰਅ ਦੇ ਅਨੁਸਾਰ ਸਾਰੀ ਪ੍ਰਜਾ ਨੂੰ ਹਰੇਕ ਹੁਕਮ ਸੁਣਾ ਚੁੱਕਿਆ ਤਾਂ ਵੱਡਿਆਂ ਅਤੇ ਬੱਕਰਿਆਂ ਦਾ ਲਹੂ ਪਾਣੀ ਅਤੇ ਫਿਕਰ ਮਚੀ ਉਨ ਅਤੇ ਜ਼ੂਫੇ ਨਾਲ ਉਸ ਪੁਸਤਕ ਵਿੱਚ ਤੇ ਸਾਰਿਆਂ ਲੋਕਾਂ ਉੱਤੇ ਛਿੜਕ ਆਖਿਆ ਵੀ ਇਹ ਉਸ ਨੇਮ ਦਾ ਲਹੂ ਹੈ ਜਿਸ ਦਾ ਪਰਮੇਸ਼ਰ ਨੇ ਤੁਹਾਨੂੰ ਹੁਕਮ ਦਿੱਤਾ। ਤੇ ਇਸੇ ਤਰ੍ਹਾਂ ਉਹਨੇ ਤੰਬੂ ਉੱਤੇ ਪਏ ਹੋਏ ਸੇਵਕਾਈ ਦੀ ਸਾਰੀ ਸਮੱਗਰੀ ਤੇ ਲਹੂ ਛਿੜਕਿਆ ਤੇ ਭਰਾ ਸ਼ਰਅ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਸਨ ਤੇ ਬਿਨਾਂ ਲਹੂ ਬਹਾਏ ਮਾਫੀ ਹੁੰਦੀ ਵੀ ਨਹੀਂ ਸੀ। ਮੈਂ ਅਵਸ਼ ਸੀ ਜੋ ਸੁਰਗੀ ਵਿੱਚ ਲਿਆ ਵਸਤਾਂ ਦੇ ਨਮੂਨੇ ਇਹਨਾਂ ਨਾਲ ਪਰ ਸਵਰਗੀ ਵਸਤਾਂ ਆਪ ਹੀ ਇਹਨਾਂ ਤੋਂ ਉੱਤਮ ਬਲਿਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਅਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਕਰਕੇ ਵੀ ਨਹੀਂ ਗਿਆ ਸਗੋਂ ਸੁਰਗ ਵਿੱਚ ਹੀ ਗਿਆ ਵੀ ਸਾਨੂੰ ਸਾਡੇ ਲਈ ਪਰਮੇਸ਼ਰ ਦੇ ਸਾਹਮਣੇ ਇਹ ਪੇਸ਼ ਹੋਵੇ ਅਤੇ ਇਹ ਨਹੀਂ ਬਲਕਿ ਉਹ ਆਪਣੇ ਆਪ ਨੂੰ ਬਾਰ-ਬਾਰ ਚੜ੍ਹਵੇਂ ਜਿਵੇਂ ਪ੍ਰਧਾਨ ਜਾਜਕ ਪਵਿੱਤਰ ਸਥਾਨ ਦੇ ਅੰਤਰ ਸਮੇਂ ਦੇ ਵਰੇ ਦੂਜਾ ਲਹੂ ਲੈ ਕੇ ਜਾਂਦਾ ਹੁੰਦਾ ਸੀ। ਇਹ ਉਹਨੂੰ ਜਗਤ ਦੇ ਮੁੱਢੋਂ ਬਾਰ-ਬਾਰ ਦੁੱਖ ਭੋਗਣਾ ਪੈਂਦਾ ਤੇ ਉਹ ਹੁਣ ਦੋਹਾਂ ਦੇ ਅੰਤ ਵਿੱਚ ਉਸ ਸਿਰੇ ਦੋਹਾਂ ਦੇ ਅੰਤ ਵਿੱਚ ਇੱਕੋ ਇੱਕ ਵਾਰ ਪ੍ਰਗਟ ਹੋਇਆ ਤੇ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ ਅਤੇ ਜਿਵੇਂ ਮਨੁੱਖਾਂ ਨੇ ਇੱਕ ਘਾਤ ਮਰਨਾ ਚਾਹਿਆ ਉਹਨੂੰ ਜਗਤ ਦੇ ਮੁੱਢੋਂ ਬਾਰ-ਬਾਰ ਦੁੱਖ ਭੋਗਣਾ ਪੈਂਦਾ ਹੈ ਪਰ ਹੁਣ ਯੁੱਗਾਂ ਦੇ ਅੰਤ ਵਿੱਚ ਉਹ ਇੱਕ ਵਾਰ ਪ੍ਰਗਟ ਹੋਇਆ ਵੀ ਆਪਣੇ ਆਪ ਦੇ ਬਲੀਦਾਨ ਕਰਨ ਨੂੰ ਪਾਪ ਤੋਂ ਦੂਰ ਕਰੇ ਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਉਹਦੇ ਪਿੱਛੋਂ ਨਿਆਂ ਹੁੰਦਾ ਹੈ ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਵਾਲੀ ਇੱਕੋ ਹੀ ਵਾਰ ਚੜਾਇਆ ਗਿਆ ਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਜੀ ਵਾਰੀ ਪ੍ਰਗਟ ਹੋਵੇਗਾ। ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਬੜਾ ਭਿਆਨਕ ਗੱਲ ਹੈ। ਚੈਪਟਰ 10 ਸ਼ਰਅ ਆਉਣ ਵਾਲੀਆਂ ਚੰਗੀਆਂ ਅਵਸਥਾ ਦਾ ਪਰਛਾਵਾਂ ਹੈ ਅਤੇ ਉਹਨਾਂ ਅਵਸਥਾ ਦਾ ਅਸਲੀ ਸਰੂਪ ਨਹੀਂ। ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰੇ ਤੇ ਵਰੇ ਸਦਾ ਇੱਕੋ ਪ੍ਰਕਾਰ ਦੇ ਬਲੀਦਾਨ ਚੜਾਉਂਦੇ ਹਨ ਕਦੇ ਸ਼ਾਮਲ ਨਹੀਂ ਕਰ ਸਕਦੀ, ਨਹੀਂ ਤਾਂ ਕੀ ਉਹਨਾਂ ਦਾ ਚੜਾਉਣਾ ਬੰਦ ਨਾ ਹੋ ਜਾਂਦਾ। ਇਸ ਕਾਰਨ ਜੋ ਇੱਕ ਵਾਰੀ ਬਹੁਤ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾ। ਪਰ ਇਹਨਾਂ ਬਲੀਦਾਨਾਂ ਤੋਂ ਵਰੇ ਦੇ ਵਰੇ ਪਾਪ ਚੇਤੇ ਆਉਂਦੇ ਹਨ ਕਿਉਂਕਿ ਅਣਹੋਣਾ ਹੈ ਵੀ ਵੈੜਕਿਆਂ ਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ। ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ ਬਲੀਦਾਨ ਔਰ ਭੇਟ ਨੂੰ ਤੂੰ ਨਹੀਂ ਪਹੁੰਚਾਇਆ ਪਰ ਮੇਰੇ ਲਈ ਦੇਹ ਤਿਆਰ ਕੀਤੀ ਹੋਮ ਬਲੀ ਤੇ ਪਾਪ ਬਲੀ ਤੋਂ ਪ੍ਰਸੰਨ ਨਹੀਂ ਹੁੰਦਾ। ਤਦ ਮੈਂ ਆਖਿਆ ਵੇਖ ਮੈਂ ਆਇਆ ਹਾਂ ਕਿ ਪਰਮੇਸ਼ਰ ਵੀ ਜਿਉਂਦੇ ਪਰਮੇਸ਼ਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ। ਚੈਪਟਰ 10 ਜਿਹੜਾ ਆਉਣ ਵਾਲੀਆਂ ਚੰਗੀਆਂ ਅਵਸਥਾਵਾਂ ਦਾ ਪਰਛਾਵਾਂ ਹੀ ਹੈ। ਸ਼ਰਅ ਜਿਹੜੀ ਆਉਣ ਵਾਲੀਆਂ ਚੰਗੀਆਂ ਅਵਸਥਾਵਾਂ ਦਾ ਪਰਛਾਵਾਂ ਹੀ ਹੈ ਪਰ ਉਹਨਾਂ ਅਵਸਥਾਵਾਂ ਦਾ ਅਸਲੀ ਸਰੂਪ ਨਹੀਂ। ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰੇ ਦੇ ਵਰੇ ਸਦਾ ਇੱਕੋ ਪ੍ਰਕਾਰ ਦੇ ਬਲੀਦਾਨ ਚੜਾਉਂਦੇ ਹਨ ਕਦੇ ਕਾਮਲ ਨਹੀਂ ਕਰ ਸਕਦੀ, ਨਹੀਂ ਤਾਂ ਕਿ ਉਹਨਾਂ ਦਾ ਚੜਾਉਣਾ ਬੰਦ ਨਾ ਹੋ ਜਾਂਦਾ।
इस कारण जो एक बारी शुद्ध हो जाते तो उन्होंने पापां दा ख्याल ही ना हुंदा। पर इन्हां बलिदानां तो वरे दे वरे पाप चेते आउंदे हन, क्यों जो अणहोणा है भी वड़कियां ते बकरियां दा लहू पापां नूं लै जावे। इसलिए उस संसार विच आउंदा होया आखदा है, बलिदान और भेंट नूं तूं नहीं चाहया, पर मेरे लिए ते ही तैयार कीती। होम बलि और पाप बलि तूं प्रसन्न नहीं हुंदा, पर तद मैं आख्या, वेख मैं आया हाँ, हे परमेश्वर, मैं तेरी इच्छा नूं पूरियां करां, जिवें पुस्तक दी पत्री विच लिखिया होया उपर जो कहंदा भी मैं तैं बलिदानां भेंटां होम बलियां और पाप बलियां नहीं चाहया, ना उन्हां तों तूं प्रसन्न होया। पर ये शराब चढ़ाए जाते हैं। तद उन आख्या, वेख मैं तेरी इच्छा नूं पूरा कर लिया हाँ। वो पहले नूं हटाउंदा है भी दूजे नूं कायम करे, अते उसे इच्छा करके असीं यसू मसीह दी देही दे इक्को वारी चढ़ाए जाण दे लई पवित्र कीते गए। अते हरेक याजक नित खड़ा होकर वाशना करता है ते इक्को प्रकार दे बलिदान जिहड़े पापां नूं कदे ले जा नहीं सकदे बार बार चढ़ाउंदा है। पर यह पापां दे बदले इक्को बलिदान सदा लई चढ़ा के परमेश्वर दे सज्जे पासे विराजमान होया ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਤੇ ਉਹਦੇ ਵੈਰੀ ਉਹਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ, ਕਿਉਂ ਜੋ ਉਸਨੂੰ ਇੱਕੋ ਭੇਟ ਨਾਲ ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ। ਅਤੇ ਪਵਿੱਤਰ ਆਤਮਾ ਵੀ ਸਾਨੂੰ ਸਾਖੀ ਦਿੰਦਾ ਹੈ, ਕਿਉਂ ਜੋ ਇਹਦੇ ਪਿੱਛੋਂ ਇਹ ਆਖਿਆ ਗਿਆ ਸੀ ਵੀ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ। ਉਹਨਾਂ ਮਗਰੋਂ ਪ੍ਰਭੂ ਆਖਦਾ ਹੈ, ਮੈਂ ਆਪਣੇ ਕਾਨੂੰਨ ਉਹਨਾਂ ਦੇ ਹਿਰਦਿਆਂ ਉੱਤੇ ਪਾਵਾਂਗਾ ਤੇ ਉਹਨਾਂ ਦੇ ਮਨਾਂ ਉੱਤੇ ਉਹਨਾਂ ਨੂੰ ਲਿਖਾਂਗਾ ਤੇ ਉਹਨਾਂ ਦੇ ਪਾਪਾਂ ਨੂੰ ਤੇ ਉਹਨਾਂ ਦੀਆਂ ਬਦਕਾਰੀਆਂ ਨੂੰ ਫਿਰ ਚੇਤੇ ਨਹੀਂ ਕਰਾਂਗਾ। ਸੋ ਜਿੱਥੇ ਮਾਫੀ ਹੈ ਉੱਥੇ ਪਾਪ ਲਈ ਫਿਰ ਭੇਟ ਨਹੀਂ ਚੜਾਈ ਜਾਂਦੀ। ਉਪਰੰਤ ਇਹ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ, ਅਰਥਾਤ ਉਸ ਨਵੇਂ ਤੇ ਜਿਉਂਦੇ ਰਾਹ ਦੀ ਜਿਹੜਾ ਉਸਨੇ ਪਰਦੇ ਮਨ ਨੂੰ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ। ਅਤੇ ਜਦੋਂ ਸਾਡਾ ਇੱਕ ਮਹਾਜਾਜਕ ਹੈ ਜਿਹੜਾ ਪਰਮੇਸ਼ਰ ਦੇ ਘਰ ਉੱਤੇ ਹੈ, ਤਾਂ ਆਓ ਅਸੀਂ ਸੱਚੇ ਦਿਲ ਤੇ ਪੂਰੀ ਨਿਸ਼ਚੈ ਨਾਲ ਦਿਲ ਦੇ ਅੰਦਰ ਸਾਡੇ ਦਿਲ ਅਸ਼ੁੱਧ ਅੰਤਕਰਨ ਦੇ ਛਿੜਕਾਅ ਨਾਲ ਸ਼ੁੱਧ ਹੋਏ ਤੇ ਸਾਡੀ ਦੇਹ ਸਾਫ਼ ਪਾਣੀ ਨਾਲ ਨਲਾਈ ਗਈ ਦੇ ਨੇੜੇ ਜਾਈਏ ਵੀ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ, ਕਿਉਂ ਜੋ ਜਿਹਨੇ ਵਾਅਦਾ ਕੀਤਾ ਹੈ ਉਹ ਵਫ਼ਾਦਾਰ। ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ ਅਤੇ ਆਪਸ ਵਿੱਚ ਹੀ ਇਕੱਠੇ ਹੋਣ ਨੂੰ ਨਾ ਛੱਡੀਏ, ਜਿਵੇਂ ਕਈਆਂ ਦਾ ਦਸਤੂਰ ਹੈ। ਇੱਕ ਦੂਜੇ ਨੂੰ ਉਪਦੇਸ਼ ਕਰੀਏ ਤੇ ਇਹ ਉਕਾਹੀ ਵਧੀਕ ਹੋਵੇ, ਕਿਉਂਕਿ ਜਿਵੇਂ ਤੁਸੀਂ ਵੇਖਦੇ ਹੋ ਕਿ ਉਹਦੇ ਨੇੜੇ ਆਉਂਦਾ ਹੈ। ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫਿਰ ਕੋਈ ਬਲੀਦਾਨ ਨਹੀਂ, ਪਰ ਨਿਆਂ ਦੀ ਭਿਆਨਕ ਉਡੀਕ ਤੇ ਅੱਗ ਦੀ ਸੜਨ ਦੀ ਬਾਕੀ ਹੈ, ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਅਤੇ ਕਿਸੇ ਨੇ ਮੂਸਾ ਦੀ ਸ਼ਰਤ ਦੀ ਟਾਲਣਾ ਜਿਸ ਕਿਸੇ ਨੇ ਕੀਤੀ ਹੋਵੇ, ਉਹ 2 ਜਾਂ 3 ਗਵਾਹਾਂ ਦੀ ਗਵਾਹੀ ਨਾਲ ਬਿਨਾਂ ਤਰਸ ਕੀਤੇ ਮਾਰਿਆ ਜਾਂਦਾ ਹੈ। ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਕਰੜਾਈ ਤੇ ਕਰੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ, ਜਿਸ ਨੇ ਪਰਮੇਸ਼ਰ ਦੇ ਪੁੱਤ ਨੂੰ ਪੈਰਾਂ ਹੇਠ ਲਸਾੜਿਆ ਅਤੇ ਨਿਯਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਜਾਣਿਆ ਤੇ ਕਿਰਪਾ ਦੇ ਆਤਮਾ ਦਾ ਅਭਿਆਸ ਕੀਤਾ। ਕਿਉਂ ਜੇ ਅਸੀਂ ਉਸ ਨੂੰ ਜਾਣਦੇ ਹਾਂ, ਇਹਨੇ ਆਖਿਆ ਵੀ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਵਾਂਗਾ। ਤੇ ਫਿਰ ਇਹ ਕਿ ਪ੍ਰਭੂ ਆਪਣੀ ਪ੍ਰਜਾ ਦਾ ਨਿਆਂ ਕਰੇਗਾ, ਜੋ ਉਹਦੇ ਪਰਮੇਸ਼ਰ ਹੱਥ ਪਹਿਲਾਂ ਭਿਆਨਕ ਗੱਲ ਹੈ। ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਦੇ ਜਾਣ ਪਿੱਛੇ ਤੁਸੀਂ ਦੁੱਖਾਂ ਦੇ ਵੱਡੇ ਘੋਲ ਮਸੋਲੇ ਨੂੰ ਸਹਿ ਲਿਆ। ਕਦੇ ਤਾਂ ਤੁਸੀਂ ਨਿੰਦਿਆ ਅਤੇ ਵਿਪਤਾ ਦੇ ਕਾਰਨ ਤਮਾਸ਼ਾ ਬਣੇ ਅਤੇ ਕਦੀ ਉਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ, ਕਿਉਂ ਜੇ ਤੁਸੀਂ ਕੈਦੀਆਂ ਦੇ ਦਰਦੀ ਹੋਏ ਤੇ ਆਪਣੇ ਧਨ ਦੇ ਲੁੱਟ ਜਾਣ ਨੂੰ ਆਨੰਦ ਨਾਲ ਮੰਨ ਲਿਆ, ਇਹ ਜਾਣ ਕੇ ਵੀ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਟਲ ਹੈ। ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗਵਾ ਨਾ ਬਹਿਣਾ ਤੇ ਉਹਦਾ ਵੱਡਾ ਫਲ ਹੈ ਕਿ ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ। ਇਹ ਲਿਖਿਆ ਹੈ ਕਿ ਹੁਣ ਥੋੜਾ ਹੀ ਚਿਰ ਹੈ, ਜੋ ਆਉਣ ਵਾਲਾ ਆਵੇਗਾ ਤੇ ਚਿਰ ਨਾਲ ਆਵੇਗਾ, ਪਰ ਮੇਰੇ ਧਰਮੀ ਬੰਦਾ ਨਿਸ਼ਚੈ ਤੋਂ ਜੀਵੇਗਾ ਤੇ ਜੇ ਉਹ ਪਿੱਛਾ ਹਟ ਜਾਵੇ ਤੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਅਸੀਂ ਇਹਨਾਂ ਵਿੱਚੋਂ ਨਹੀਂ ਜਿਹੜੇ ਪਿੱਛਾ ਹਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਆ ਜਿਹੜੇ ਨਿਸ਼ਚੈ ਕਰਕੇ ਜਾਨ ਬਚਾ ਰੱਖਦੇ ਹਨ। ਨਿਸ਼ਚੈ ਦੇ ਸੂਰਬੀਰ ਚੈਪਟਰ 11। ਹੁਣ ਨਿਸ਼ਚੈ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ। ਇਸੇ ਕਰਕੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ। ਨਿਸ਼ਚੈ ਨਾਲ ਅਸੀਂ ਜਾਣਦੇ ਹਾਂ ਵੀ ਜਗਤ ਪਰਮੇਸ਼ਰ ਦੇ ਫਰਮਾਨ ਨਾਲ ਸਾਜਿਆ ਗਿਆ। ਜੋ ਕੁਝ ਵੇਖਣ ਵਿੱਚ ਆਉਂਦਾ ਸੋ ਡਿੱਠੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ। ਨਿਸ਼ਚੈ ਨਾਲ ਹਾਬਲ ਨੇ ਕਾਇਨ ਨਾਲੋਂ ਪਰਮੇਸ਼ਰ ਦੇ ਅੱਗੇ ਉਤਮ ਬਲੀਦਾਨ ਚੜਾਇਆ, ਜਿਸ ਕਰਕੇ ਸਾਖੀ
ਦਿੱਤੀ ਗਈ ਵੀ ਉਹ ਧਰਮੀ ਹੈ, ਕਿਉਂਕਿ ਪਰਮੇਸ਼ਰ ਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ ਤੇ ਉਸ ਨਿਸ਼ਚੈ ਦੇ ਰਾਹੀਂ ਉਹ ਹੁਣ ਤੱਕ ਬੋਲਦਾ ਹੈ। ਭਾਵੇਂ ਉਹ ਮਰ ਹੀ ਗਿਆ, ਨਿਸ਼ਚੈ ਨਾਲ ਹਨੋਕ ਨੂੰ ਤਾਂ ਚੁੱਕਿਆ ਗਿਆ ਵੀ ਮੌਤ ਨਾ ਵੇਖੀ, ਉਹਦਾ ਪਤਾ ਨਾ ਲੱਗਾ, ਇਸ ਲਈ ਪਰਮੇਸ਼ਰ ਨੂੰ ਤਾਂ ਚੁੱਕ ਲਿਆ। ਕਿਉਂ? ਜੋ ਉਸ ਦੇ ਤਾਂ ਚੁੱਕੇ ਜਾਣ ਤੋਂ ਪਹਿਲਾਂ ਸਾਖੀ ਦਿੱਤੀ ਗਈ ਸੀ ਵੀ ਪਰਮੇਸ਼ਰ ਦੇ ਮਨ ਭਾਉਂਦਾ ਹੈ, ਤੇ ਨਿਸ਼ਚੈ ਵਜੋਂ ਉਹਦੇ ਮਨ ਨੂੰ ਭਾਉਣਾ ਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਰ ਦੇ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨਾ ਚਾਹੀਦੀ ਹੈ ਵੀ ਉਹ ਹੈ, ਨਾਲੇ ਵੀ ਉਹ ਸਾਰੇ ਤਾਲਿਬਾਂ ਦਾ ਫਲ ਦਾਤਾ ਹੈ। ਨਿਸ਼ਚੈ ਨਾਲ ਨੂਹ ਨੇ ਪਰਮੇਸ਼ਰ ਕੋਲੋਂ ਉਹਨਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਿਮ ਕੇ ਆਪਣੇ ਘਰ ਦੇ ਬਚਾਅ ਲਈ ਕਿਸ਼ਤੀ ਬਣਾ ਲਈ, ਅਤੇ ਨਿਸ਼ਚੈ ਦੇ ਕਾਰਨ ਉਹਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਤੇ ਉਸ ਧਰਮ ਦਾ ਅਧਿਕਾਰੀ ਹੋਇਆ ਜਿਹੜਾ ਨਿਸ਼ਚੈ ਤੋਂ ਹੀ ਹੁੰਦਾ ਹੈ। ਨਿਸ਼ਚੈ ਨਾਲ ਅਬਰਾਹਮ ਜਦੋਂ ਸੱਦਿਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਉਸਨੇ, ਜਿਸ ਨੂੰ ਉਸਨੇ ਅਧਿਕਾਰ ਵਿੱਚ ਲੈਣਾ ਸੀ, ਭਾਵੇਂ ਉਹ ਹਜੇ ਨਹੀਂ ਸੀ ਜਾਣਦਾ ਕਿ ਉਹਨੇ ਕਿੱਧਰ ਨੂੰ ਜਾਣਾ ਹੈ ਤੇ ਕਿੱਧਰੋਂ ਨਿਕਲ ਤੁਰਿਆ, ਕਿੱਧਰ ਨੂੰ ਲੱਗਾ ਜਾਂਦਾ ਤੇ ਕਿੱਧਰ ਨੂੰ ਨਿਕਲ ਤੁਰਿਆ। ਨਿਸ਼ਚੈ ਨਾਲ ਉਹ ਵਾਅਦੇ ਵਾਲੀ ਧਰਤੀ ਵਿੱਚ ਜਾ ਵਸਿਆ, ਜਿਵੇਂ ਫਰਾਈ ਧਰਤੀ ਵਿੱਚ ਉਸਨੇ ਇਸਹਾਕ ਤੇ ਯਾਕੂਬ ਦੇ ਨਾਲ, ਜਿਹੜੇ ਉਹਦੇ ਸੰਗ ਉਸ ਵਾਅਦੇ ਦੇ ਅਧਿਕਾਰੀ ਸਨ, ਤੰਬੂਆਂ ਵਿੱਚ ਵਾਸ ਕੀਤਾ, ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਹਦੀਆਂ ਨੀਹਾਂ ਹਨ ਅਤੇ ਜਿਸ ਦੇ ਕਾਰੀਗਰ ਤੇ ਬਣਾਉਣ ਵਾਲਾ ਪਰਮੇਸ਼ਰ ਆਪ ਹੈ। ਅਤੇ ਨਿਸ਼ਚੈ ਨਾਲ ਸਾਰਾ ਨੇ ਆਪ ਵੀ ਜਦੋਂ ਬੁੱਢੀ ਹੋ ਚੁੱਕੀ ਸੀ ਗਰਭਵਤੀ ਹੋਣ ਦੀ ਸ਼ਾਦੀ ਭਰੀ ਅਤੇ ਉਹਨੇ ਉਹ ਸ਼ਕਤੀ ਪਾ ਲਈ, ਇਸ ਲਈ ਜੋ ਉਸਨੇ ਵਾਅਦਾ ਕਰਨ ਵਾਲੇ ਨੂੰ ਵਫਾਦਾਰ ਜਾਣ ਲਿਆ। ਉਪਰੰਤ ਇੱਕ ਤੋਂ ਜੋ ਮੁਰਦਾ ਜਿਹਾ ਸੀ ਤੇ ਮੁਰਦਾ ਜਿਹਾ ਸੀ ਇੰਨੇ ਉਤਪੰਨ ਹੋ ਗਏ ਕਿ ਜਿੰਨੇ ਕੁ ਬਹੁਤਾਇਤ ਕਰਕੇ ਆਕਾਸ਼ ਦੇ ਤਾਰੇ ਹਨ ਅਤੇ ਜਿੰਨੇ ਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ। ਇਹ ਸਭੇ ਨਿਸ਼ਚੈ ਵਿੱਚ ਮਰ ਗਏ ਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ, ਪਰ ਜਦੋਂ ਦੂਰ ਉਹ ਸਭੇ ਨਿਸ਼ਚੈ ਵਿੱਚ ਹੀ ਮਰ ਗਏ ਅਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ। ਉਹ ਦੂਰੋਂ ਵੇਖ ਕੇ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਮੰਨ ਲਿਆ ਕਿ ਅਸੀਂ ਧਰਤੀ ਤੇ ਉੱਪਰ ਤੇ ਪਰਦੇਸੀ ਹਾਂ, ਕਿਉਂਕਿ ਜਿਹੜੇ ਜਿਹੀਆਂ ਗੱਲਾਂ ਆਖਦੇ ਸਨ ਪ੍ਰਗਟ ਕਰਦੇ ਅਸੀਂ ਆਪਣੇ ਵਤਨ ਨੂੰ ਭਾਲਦੇ ਹਾਂ, ਜੇ ਉਸ ਦੇਸ਼ ਤੋਂ ਨਿਕਲ ਆਏ ਹਾਂ ਚੇਤੇ ਰੱਖਦੇ ਤਾਂ ਉਹਨੂੰ ਮੁੜ ਜਾਣ ਦਾ ਵੇਲਾ ਹੁੰਦਾ, ਪਰ ਹੁਣ ਉਸ ਉੱਤੇ ਅਰਥਾਤ ਸੁਰਗੀ ਦੇਸ਼ ਨੂੰ ਲੋਚਦੇ ਹਨ ਅਤੇ ਪਰਮੇਸ਼ਰ ਉਹਨਾਂ ਉੱਤੇ ਉਹਨਾਂ ਦੇ ਵੱਲੋਂ ਨਹੀਂ ਸੀ ਸ਼ਰਮਾਉਂਦਾ। ਪਰਮੇਸ਼ਰ ਉਹਨਾਂ ਦੇ ਵੱਲੋਂ ਨਹੀਂ ਸ਼ਰਮਾਉਂਦਾ, ਜੇ ਪਰਮੇਸ਼ਰ ਕਹਾਵੇ ਕਿਉਂ, ਕਿਉਂਕਿ ਉਹਨਾਂ ਦਾ ਪਰਮੇਸ਼ਰ ਉਹ ਕਹਾਵੇ ਹੀ ਕਿਉਂ ਜੋ ਉਹਨੇ ਉਹਨਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ। ਨਿਸ਼ਚੈ ਨਾਲ ਅਬਰਾਮ ਨੇ ਜਦੋਂ ਪਰਤਾਇਆ ਗਿਆ ਤੇ ਇਸਹਾਕ ਨੂੰ ਬਲੀਦਾਨ ਲਈ ਚੜਾ ਦਿੱਤਾ, ਹਾਂ ਇਕਲੌਤੇ ਪੁੱਤਰ ਨੂੰ, ਕਿਉਂ ਉਹ ਜਿਹਨੂੰ ਵਾਅਦੇ ਦਿੱਤੇ ਗਏ ਸਨ ਚੜਾਉਣ ਲੱਗਿਆ ਤੇ ਜਿਹਨੂੰ ਇਹ ਆਖਿਆ ਗਿਆ ਸੀ ਵੀ ਇਸਹਾਕ ਤੋਂ ਤੇਰੀ ਅੰਸ਼ ਹੋਏਗੀ। ਜੋ ਉਹਨੇ ਵਿਚਾਰ ਕੀਤਾ ਜੋ ਪਰਮੇਸ਼ਰ ਮੁੱਦਿਆਂ ਵਿੱਚੋਂ ਵੀ ਉਠਾਲਣ ਨੂੰ ਸਮਰੱਥ ਹੈ, ਜਿਨ੍ਹਾਂ ਵਿੱਚੋਂ ਉਹਨੇ ਮਨ ਉਹਨੂੰ ਪ੍ਰਾਪਤ ਵੀ ਕਰ ਲਿਆ। ਨਿਸ਼ਚੈ ਨਾਲ ਇਸਹਾਕ ਨੇ ਹੋਣ ਵਾਲੀਆਂ ਗੱਲਾਂ ਦੇ ਵੇਖੇ ਵੀ ਯਾਕੂਬ ਦੇ ਇਸਹਾਓ ਅਸੀਸ ਦਿੱਤੀ। ਨਿਸ਼ਚੈ ਨਾਲ ਯਾਕੂਬ ਨੇ ਮਰਨ ਲੱਗਿਆ ਯੂਸੁਫ ਦੇ ਪੁੱਤਰਾਂ ਨੂੰ ਇੱਕ ਇੱਕ ਕਰਕੇ ਅਸੀਸ ਦਿੱਤੀ, ਆਪਣੀ ਲਾਠੀ ਦੇ ਸਿਰ ਉੱਤੇ ਮੱਥਾ ਟੇਕਿਆ। ਨਿਸ਼ਚੈ ਨਾਲ ਯੂਸੁਫ ਨੇ ਆਪਣੇ ਅੰਤਕਾਲ ਦੇ ਵੇਲੇ ਅਸਰੇਲੀਆਂ ਦੇ ਉੱਤੋਂ ਕੂਚ ਕਰਨ ਦੀ ਗੱਲ ਕੀਤੀ ਤੇ ਆਪਣੀ ਹੱਡੀਆਂ ਦੇ ਵਿਖੇ ਹੁਕਮ ਦਿੱਤਾ। ਨਿਸ਼ਚੈ ਨਾਲ ਮੂਸਾ ਜੰਮਿਆ ਤੇ ਉਹਦੇ ਮਾਪਿਆਂ ਨੇ ਉਹਨੂੰ 3 ਮਹੀਨਿਆਂ ਤੱਕ ਲੁਕਾ ਰੱਖਿਆ ਅਤੇ ਕਿਉਂ ਜੋ ਉਹਨਾਂ ਵੇਖਿਆ ਕਿ ਬਾਲਕ ਸੋਹਣਾ ਹੈ ਤੇ ਉਹ ਪਾਤਸ਼ਾਹ ਦੇ ਫਰਮਾਨ ਤੋਂ ਵੀ ਨਾ ਡਰੇ। ਨਿਸ਼ਚੈ ਨਾਲ ਮੂਸਾ ਨੇ ਜਦੋਂ ਸਿਆਣਾ ਹੋਇਆ ਤੇ ਫਿਰੌਨ ਦੀ ਧੀ ਦਾ ਪੁੱਤ ਅਖਵਾਉਣ ਤੋਂ ਇਨਕਾਰ ਕਰ ਦਿੱਤਾ, ਕਿਉਂ ਜੋ ਉਸਨੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਕਿ ਥੋੜੇ ਚਿਰ ਲਈ ਹੀ ਹੈ ਪਰਮੇਸ਼ਰ ਦੀ ਪ੍ਰਜਾ ਨਾਲ ਜਬਰੀ ਚੱਲਣ ਨੂੰ ਜੋ ਬਹੁਤਾ ਪਸੰਦ ਕੀਤਾ ਅਤੇ ਉਹਨੇ ਵਿਚਾਰ ਕੀਤਾ ਵੀ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਕਿਤੇ ਵੱਡਾ ਧਨ ਹੈ, ਕਿਉਂ ਜੋ ਫਲ ਵੱਲ ਉਸਦਾ ਧਿਆਨ ਨਹੀਂ ਸੀ, ਕਿਉਂਕਿ ਉਸਦਾ ਧਿਆਨ ਕਿਉਂ ਜੋ ਫਲ ਵੱਲ ਉਸਦਾ ਧਿਆਨ ਹੈ ਸੀ। ਨਿਸ਼ਚੈ ਨਾਲ ਉਹਨੇ ਪਾਤਸ਼ਾਹ ਦੇ ਕ੍ਰੋਧ ਤੋਂ ਭੈ ਨਾ ਕਰਕੇ ਮਿਸਰ ਨੂੰ ਛੱਡ ਦਿੱਤਾ, ਕਿਉਂ ਜੋ ਉਹ ਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ। ਨਿਸ਼ਚੈ ਨਾਲ ਉਹਨੇ ਪਸਾ ਦੇ ਤਿਉਹਾਰ ਨੂੰ ਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ ਵੀ ਹੋਵੇ ਨਾ ਜੋ ਪਲੋਠਿਆਂ ਦਾ ਨਾਸ਼ ਕਰਨ ਵਾਲਾ ਉਹਨੂੰ ਹੱਥ ਲਾਵੇ। ਨਿਸ਼ਚੈ ਨਾਲ ਉਹ ਲਾਲ ਸਮੁੰਦਰ ਵਿੱਚੋਂ ਦੀ ਜਿਵੇਂ ਸੁੱਕੀ ਜ਼ਮੀਨ ਉੱਤੋਂ ਦੀ ਪਾਰ ਲੰਘ ਗਿਆ, ਪਰ ਇਹਦਾ ਜਾਂ ਮਿਸਰੀਆਂ ਨੇ ਉਦਮ ਕੀਤਾ ਤਾਂ ਉਹ ਡੁੱਬ ਹੋਏ। ਨਿਸ਼ਚੈ ਨਾਲ ਜ਼ਰੀਹੋ ਦੀ ਝੀਲ ਜੋ 7 ਦਿਨਾਂ ਤੱਕ ਘਿਰੀ ਗਈ ਤਾਂ ਢਹਿ ਢੇਰੀ ਹੋ ਗਈ
ਨਿਸ਼ਚੈ ਨਾਲ ਰਹਾਬ ਵਿਸਵਾ ਬੇਪਰਤੀਤਿਆਂ ਦਾ ਸੰਗ ਨਾਸ ਨਹੀਂ ਹੋਈ, ਕਿਉਂ ਜੋ ਉਹਨੇ ਖੋਜੀਆਂ ਨੂੰ ਸੁੱਖ ਸੰਦ ਨਾਲ ਆਪਣੇ ਘਰੇ ਉਤਾਰਿਆ ਸੀ। ਹੁਣ ਮੈਂ ਹੋਰ ਕੀ ਆਖਾਂ, ਕਿਉਂ ਜੋ ਵੇਲ ਨਹੀਂ ਕਿ ਮੈਂ ਗਿਦਾਉਨ, ਬਾਰਕ, ਸਮੂਨ, ਯਿਫਤਾ, ਦਾਊਦ, ਸਮੂਏਲ ਨਬੀਆਂ ਦੀਆਂ ਵਾਰਤਾਵਾਂ ਨੂੰ ਵੀ ਸੁਣਾਵਾਂ, ਜਿਨ੍ਹਾਂ ਨੇ ਨਿਸ਼ਚੈ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੀਤੇ ਵਾਅਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਉ ਨੂੰ ਠੰਡਾ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲ, ਨਿਰਬੰਧਾਈ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ, ਤੀਵੀਆਂ ਨੇ ਆਪਣੇ ਮੁਰਦਿਆਂ ਨੂੰ ਫਿਰ ਜਿਉਂਦਿਆਂ ਹੋਇਆਂ ਉੱਠਿਆ ਮੈਨੂੰ ਲੱਭ ਲਿਆ, ਕਈ ਕੁਡਾਂਗਾਂ ਨਾਲ ਜਾਨੋਂ ਮਾਰੇ ਗਏ, ਪਰ ਛੁਟਕਾਰਾ ਨਾ ਮੰਨਿਆ, ਤਾਂ ਜੋ ਹੋਰ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ, ਅਤੇ ਕਈਆਂ ਠੱਠਿਆਂ ਨਾਲ ਉਡਾਏ ਜਾਣ, ਅਤੇ ਕੋੜੇ ਖਾਣ ਨਾਲ ਜਕੜੇ ਜਾਣ, ਤੇ ਕੈਦ ਵਿੱਚ ਹੋਣ ਨਾਲ ਪਰਤਾਏ ਗਏ, ਅਤੇ ਉਹ ਪਥਰਾਓ ਕੀਤੇ ਗਏ, ਅਤੇ ਆਰਿਆਂ ਨਾਲ ਵੀ ਚੀਰੇ ਗਏ, ਪਰਤਾਏ ਗਏ, ਤਲਵਾਰ ਨਾਲ ਵੱਢੇ ਗਏ, ਕੰਗਾਲ ਤੇ ਦੁਖੀ ਹੋਏ, ਰੋਏ, ਪਰ ਜਬਰ ਚੱਲਦੇ ਹੋਏ ਭੇਡਾਂ ਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ, ਉਹ ਉਜਾੜਾਂ ਤੇ ਪਹਾੜਾਂ ਤੇ ਗੁਫਾ ਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਫਿਰੇ, ਅਤੇ ਇਹ ਸਭੇ ਭਾਵੇਂ ਇਹਨਾਂ ਲਈ ਉਹਨਾਂ ਦੇ ਨਿਸ਼ਚੈ ਦੇ ਕਾਰਨ ਸਾਖੀ ਦਿੱਤੀ ਗਈ, ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਏ, ਕਿਉਂ ਜੋ ਸਾਡੇ ਲਈ ਪਰਮੇਸ਼ਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ, ਵੀ ਉਹ ਸਾਥੋਂ ਬਿਨਾਂ ਕਾਮਲ ਨਾ ਹੋਣ। ਯਿਸੂ ਨਿਸ਼ਚੈ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ ਹੈ। ਚੈਪਟਰ 12। ਉਪਰੰਤ ਜਦੋਂ ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ, ਤਾਂ ਆਓ ਅਸੀਂ ਵੀ ਹਰੇਕ ਭਾਰ ਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ, ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਯਿਸੂ ਦੀ ਵੱਲ ਤੱਕਦੇ ਰਹੀਏ, ਜਿਹੜਾ ਨਿਸ਼ਚੈ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ ਹੈ, ਜਿਹਨੇ ਉਸ ਆਨੰਦ ਵਿੱਚ ਜੋ ਉਸਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁਛ ਜਾਣ ਕੇ ਸਲੀਬ ਦਾ ਦੁੱਖ ਝੱਲਿਆ ਤੇ ਪਰਮੇਸ਼ਰ ਦੇ ਸਿੰਘਾਸਨ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਤੁਸੀਂ ਉਹਨੂੰ ਸੋਚੋ ਜਿਹਨੇ ਆਪਣੇ ਤੇ ਪਾਪੀਆਂ ਦੀ ਐਡੀ ਲਾਗਬਾਜੀ ਸਹਿ ਲਈ, ਵੀ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਹੀ ਜੀਵ ਵਿੱਚ ਢਿੱਲੇ ਪੈ ਜਾਓ। ਤੁਸੀਂ ਪਾਪ ਨਾਲ ਲੜਦੇ ਹੋਏ ਲਹੂ ਦੇ ਵਗਾਏ ਜਾਣ ਤੇ ਇੱਕ ਸਾਹਮਣਾ ਨਹੀਂ ਸੀ ਕੀਤਾ, ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗੂ ਸਮਝਾਈਦਾ ਹੈ ਕਿ ਹੇ ਮੇਰੇ ਪੁੱਤਰ, ਤੂੰ ਪੁੱਤ ਦੀ ਤਾੜ ਨੂੰ ਤੁੱਛ ਨਾ ਜਾਣ, ਤੇ ਜਾਂ ਤੂੰ ਉਹਨੂੰ ਝਿੜਕੇ ਤਾਂ ਅੱਕ ਨਾ ਜਾਈ, ਕਿਉਂ ਜੋ ਜਿਹਦੇ ਨਾਲ ਉਹ ਪਿਆਰ ਕਰਦਾ ਹੈ ਉਹਨੂੰ ਤਾੜਦਾ ਹੈ ਪ੍ਰਭੂ, ਅਤੇ ਹਰੇਕ ਪੁੱਤਰ ਨੂੰ ਉਹ ਜਿਹਨੂੰ ਕਬੂਲ ਕਰਦਾ ਹੈ ਉਹਨੂੰ ਕੋਰੜੇ ਵੀ ਮਾਰਦਾ ਹੈ। ਤੁਸੀਂ ਸਹਾਰਾ ਜੋ ਕਰਦੇ ਹੋ ਤੇ ਇਹ ਤਾੜੇ ਜਾਣ ਦੇ ਨਿਮਿਤ ਹੈ। ਪਰਮੇਸ਼ਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤਾਂ ਨਾਲ, ਕਿਉਂ ਜੋ ਤਕੜਾ ਕਿਹੜਾ ਪੁੱਤ ਹੈ ਜਿਹਨੂੰ ਪਿਓ ਨਹੀਂ ਤਾੜਦਾ। ਪਰ ਜੇ ਤੁਸੀਂ ਉਸ ਤਾੜਨਾ ਬਿਨਾ ਰਹੋ ਤੇ ਜਿਹਦੇ ਵਿੱਚ ਸਭੋ ਸਾਂਝੀ ਹੋਏ, ਤਾਂ ਤੁਸੀਂ ਫਿਰ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ। ਫਿਰ ਤੁਹਾਡੇ ਸਰੀਰਕ ਪਿਓ ਸਾਡੇ ਸਰੀਰਕ ਪਿਓ ਜਿਹੜੇ ਤਾੜਨਾ ਕਰਦੇ ਹਨ, ਅਸੀਂ ਉਹਨਾਂ ਦਾ ਆਦਰ ਕੀਤਾ ਤਾਂ ਭਲਾ ਕਿੰਨਾ ਵਧੇਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਤੇ ਜੀਵੀਏ। ਉਹ ਤਾਂ ਥੋੜੇ ਦਿਨਾਂ ਦੇ ਲਈ ਸਾਡੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ, ਪਰ ਇਹ ਲਾਭ ਦੇ ਲਈ ਕਰਦਾ ਹੈ ਵੀ ਅਸੀਂ ਉਹਦੀ ਪੁੱਤਰਤਾ ਵਿੱਚ ਸਾਂਝੀ ਹੋਈਏ। ਸਾਡੀ ਤਾੜਨਾ ਤਾਂ ਉਸ ਵੇਲੇ ਆਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁਣਦੀ ਹੈ, ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਾਲ ਮਿਧਾਏ ਜਾਂਦੇ ਹਨ ਧਰਮ ਦਾ ਸ਼ਾਂਤੀ ਦਾ ਫਲ ਦਿੰਦੀ ਹੈ। ਇਸ ਲਈ ਢਿੱਲਿਆਂ ਹੱਥਾਂ ਤੇ ਛਿੜਕਦਿਆਂ ਹੱਥਾਂ ਤੇ ਭਿੜਦਿਆਂ ਹੋਏ ਗੋਡਿਆਂ ਨੂੰ ਸਿੱਧਿਆਂ ਕਰੋ। ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ। ਜਿਹੜਾ ਲੰਗਾ ਹੋਵੇ ਉਹ ਜੋੜੋਂ ਨਾ ਉਖੜੇ, ਸਗੋਂ ਚੰਗਾ ਹੋ ਜਾਵੇ। ਸਭਨਾਂ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ ਜਿਹਦੇ ਬਿਨਾਂ ਕੋਈ ਪ੍ਰਭੂ ਨੂੰ ਨਹੀਂ ਵੇਖੇਗਾ। ਵੇਖਣਾ ਤਾਂ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵੰਝਿਆ ਨਾ ਰਹਿ ਜਾਵੇ, ਤੇ ਨਾ ਹੋਵੇ ਵੀ ਕੋਈ ਕੁੜੱਤਣ ਦੀ ਜੜ ਫੁੱਟ ਕੇ ਦੁੱਖ ਦੇਵੇ। ਬਾਹਲੇ ਉਹਦੇ ਕਾਰਨ ਭ੍ਰਿਸ਼ਟ ਹੋ ਜਾਣ, ਅਤੇ ਨਾ ਹੋਵੇ ਵੀ ਕੋਈ ਹਰਾਮਕਾਰ ਅਥਵਾ ਈਸਾਊ ਵਾਂਗੂ ਕੁਧਰਮੀ ਹੋਵੇ, ਜਿਹਨੇ ਇੱਕ ਡੰਗ ਦੇ ਖਾਣੇ ਪਿੱਛੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਸੁੱਟਿਆ। ਕਿਉਂ ਜੋ ਤੁਸੀਂ ਜਾਣਦੇ ਹੋ ਵੀ ਮਗਰੋਂ ਉਹਨੇ ਬਰਕਤ ਦਾ ਅਧਿਕਾਰੀ ਹੋਣਾ ਵੀ ਚਾਹਿਆ ਤੇ ਉਹ ਅਪਰਵਾਨ ਹੋ ਗਿਆ। ਇਸ ਲਈ ਜੋ ਉਸਨੂੰ ਤੌਬਾ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਭਾਵੇਂ ਉਹਨੇ ਹੰਝੂ ਘੇਰ ਕੇ ਉਹਨੂੰ ਭਾਲਿਆ। ਤੁਸੀਂ ਤਾਂ ਪਹਾੜ ਕੋਲ ਨਹੀਂ ਆਏ ਹੋ ਜਿਹਨੂੰ ਹੱਥ ਲਾਇਆ ਜਾਵੇ, ਜਿਹੜਾ ਅੱਗ ਨਾਲ ਬਲ ਉੱਠਿਆ ਹੋਵੇ। ਨਾ ਕਾਲੇ ਗੋਲੇ, ਨਾ ਹਨੇਰੇ ਧੁੱਪ, ਨਾ ਝੱਖੜ ਝੋਲੇ, ਨਾ ਤੁਰੀ ਦੇ ਸ਼ਬਦ, ਨਾ ਗੱਲਾਂ ਦੀ ਆਵਾਜ਼ ਕੋਲ ਜਿਹਦੇ ਸੁਣਨ ਵਾਲਿਆਂ ਨੇ ਅਰਦਾਸ ਕੀਤੀ ਹੋਵੇ, ਤੇ ਹੋਰ ਬਚਨ ਸਾਨੂੰ ਨਾ ਆਖਿਆ ਜਾਵੇ। ਕਿਉਂਕਿ ਉਸ ਧਰਮ ਨੂੰ ਸਹਾਰ ਨਾ ਸਕੇ ਤੁਸੀਂ ਉਹ ਬਈ ਪਸ਼ੂ ਕੀ ਪਹਾੜ ਨਾਲ ਲੱਗੇ ਤਾਂ ਪਥਰਾਓ ਕੀਤਾ ਜਾਵੇ।
ਉਹ ਜੋ ਦਿਸਿਆ ਸੋ ਅਜਿਹਾ ਭਿਆਨਕ ਸੀ ਕਿ ਮੂਸਾ ਨੇ ਆਖਿਆ, ਮੈਂ ਬਹੁਤ ਹੀ ਡਰਦਾ ਤੇ ਥਰ-ਥਰ ਕੰਬਦਾ ਸਾਂ। ਸਗੋਂ ਤੁਸੀਂ ਸਿਯੋਨ ਦੇ ਪਹਾੜ ਕੋਲ ਆਇਓ ਅਤੇ ਅਕਾਲ ਪੁਰਖ ਨਗਰੀ ਸਵਰਗੀ ਯਰੂਸ਼ਲਮ ਕੋਲ ਤੇ ਜੋੜ ਮੇਲੇ ਦੇ ਲੱਖਾਂ ਦੂਤਾਂ ਕੋਲ ਤੇ ਪਲੋਠਿਆਂ ਦੀ ਕਲੀਸਿਆ ਕੋਲ, ਜਿਨ੍ਹਾਂ ਦਾ ਨਾਂ ਸਵਰਗ ਵਿੱਚ ਲਿਖਿਆ ਹੋਇਆ ਪਰਮੇਸ਼ਰ ਕੋਲ, ਜਿਹੜਾ ਸਭਨਾਂ ਦਾ ਨਿਆਂ ਕਰਨ ਵਾਲਾ ਹੈ, ਤੇ ਸਿੱਧ ਕੀਤੇ ਹੋਏ ਧਰਮੀਆਂ ਦੇ ਆਤਮਿਆਂ ਕੋਲ, ਤੇ ਯਿਸੂ ਕੋਲ ਜਿਹੜਾ ਨਵੇਂ ਨਾਂ ਦਾ ਵਿਚੋਲਾ ਹੈ, ਤੇ ਛਿੜਕੇ ਹੋਏ ਲਹੂ ਦੇ ਕੋਲ, ਜੋ ਹਾਬਲ ਦੇ ਲਹੂ ਨਾਲ ਵੀ ਉੱਤਮ ਗੱਲਾਂ ਕਰਦਾ ਹੈ। ਵੇਖੋ ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਹੀਂ ਫਿਰਨਾ, ਕਿਉਂਕਿ ਜਦੋਂ ਉਹ ਨਾ ਬੱਚੇ ਜਿਨ੍ਹਾਂ ਵਿੱਚੋਂ ਜਿਹਨਾਂ ਉਸ ਤੋਂ ਮੂੰਹ ਮੋੜੇ, ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਬਹੁਤ ਵਧੀਕ ਕਰਕੇ ਅਸੀਂ ਵੀ ਨਹੀਂ ਬਚਾਂਗੇ ਜੇ ਅਸੀਂ ਉਸ ਤੋਂ ਵਿਮੁਖ ਹੋ ਗਏ। ਜਿਹੜਾ ਸਵਰਗ ਉੱਤੇ ਚਿਤਾਰਦਾ ਹੈ, ਜਿਹਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ, ਸੋ ਹੁਣ ਉਹਨੇ ਇਹ ਕਹਿ ਕੇ ਬਚਨ ਦਿੱਤਾ ਵੀ ਫੇਰ ਇੱਕ ਵਾਰੀ ਮੇਰਾ ਧਰਤੀ ਨੂੰ ਨਹੀਂ ਸਗੋਂ ਆਕਾਸ਼ ਨੂੰ ਵੀ ਕੰਬਾ ਲਾ ਦਿਆਂਗਾ। ਤੇ ਇਹ ਜਿਹੜਾ ਵਚਨ ਹੈ ਕਿ ਇੱਕ ਵਾਰੀ ਫੇਰ, ਇਹ ਪਤਾ ਦਿੰਦਾ ਹੈ ਵੀ ਬਣਾਈਆਂ ਹੋਈਆਂ ਵਸਤੂਆਂ ਨੂੰ ਉਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ, ਤੇ ਉਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣਗੀਆਂ। ਅਤੇ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ, ਤਾਂ ਆਓ ਅਸੀਂ ਧੰਨਵਾਦ ਕਰੀਏ, ਜਿਸ ਕਰਕੇ ਅਸੀਂ ਭਗਤੀ ਤੇ ਭੈ ਨਾਲ ਪਰਮੇਸ਼ਰ ਦੀ ਉਹ ਉਪਾਸਨਾ ਕਰੀਏ ਕਿ ਉਹਦੇ ਮਨ ਪਾਈਏ, ਕਿਉਂ ਜੋ ਸਾਡਾ ਪਰਮੇਸ਼ਰ ਭਸਮ ਕਰਨ ਵਾਲੀ ਅੱਗ ਹੈ। ਅਸਲੀ ਨਸੀਹਤ ਚੈਪਟਰ 13। ਭਰਪਣ ਦਾ ਪ੍ਰੇਮ ਬਣਿਆ ਰਵੇ, ਪ੍ਰਾਹੁਣਾਚਾਰੀ ਕਰਨੀ ਨਾ ਭੁੱਲਿਓ, ਕਿਉਂ ਜੋ ਇਹ ਕਰਕੇ ਕਿੰਨਿਆਂ ਨੇ ਦੂਤਾਂ ਨੂੰ ਵੀ ਬਿਨ ਪਛਾਣੇ ਘਰ ਉਤਾਰ ਲਿਆ। ਬੰਧੂਆਂ ਨੂੰ ਇਹ ਚੇਤੇ ਰੱਖੋ ਵੀ ਜਾਣੋ ਤੁਸੀਂ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ, ਅਤੇ ਉਹਨਾਂ ਨੂੰ ਜਿਹੜੇ ਜਬਰੀ ਝੱਲਦੇ ਹਨ ਚੇਤੇ ਰੱਖੋ, ਇਹ ਜਾਣ ਕੇ ਵੀ ਤੁਸੀਂ ਆਪ ਵੀ ਤੇ ਸਰੀਰ ਵਾਲੇ ਹੋ। ਭਾਵੇਂ ਵਿਛਾਉਣਾ ਬੇਦਾਗ ਰਵੇ, ਕਿਉਂਕਿ ਪਰਮੇਸ਼ਰ ਹਰਾਮਕਾਰਾਂ ਤੇ ਵਿਚਾਰੀਆਂ ਦਾ ਨਿਆਂ ਕਰੇਗਾ। ਤੁਸੀਂ ਮਾਇਆ ਦੇ ਲੋਭ ਤੋਂ ਸੁਚੇਤ ਰਹਿਣਾ, ਕਿਉਂਕਿ ਤੁਹਾਡੇ ਕੋਲ ਜੋ ਹੈ ਉਸ ਤੋਂ ਸੰਤੋਖ ਕਰਨਾ, ਕਿਉਂਕਿ ਉਹਨੇ ਆਪ ਆਖਿਆ ਕਿ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ, ਹਾਏ ਨਾ ਹੀ ਕਦੀ ਤੈਨੂੰ ਤਿਆਗਾਂਗਾ। ਇਸ ਕਰਕੇ ਜੋ ਅਸੀਂ ਹੌਸਲੇ ਨਾਲ ਆਖਦੇ ਹਾਂ, ਪ੍ਰਭੂ ਮੇਰਾ ਸਹਾਈ ਹੈ ਤੇ ਮੈਂ ਨਹੀਂ ਡਰਾਂਗਾ, ਪ੍ਰਭੂ ਮੇਰਾ ਸਹਾਈ ਹੈ ਤੇ ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸਕਦਾ। ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਵਜੋਂ ਚੁਣਿਆ, ਉਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰਕੇ ਉਹਨਾਂ ਦੀ ਨਿਸ਼ਚੈ ਦੀ ਰੀਸ ਕਰੋ। ਯਿਸੂ ਮਸੀਹ ਵੱਲ ਅਤੇ ਅੱਜ ਤੇ ਜੁਗੋ ਜੁਗ ਇੱਕੋ ਜਿਹਾ ਹੈ। ਯਿਸੂ ਮਸੀਹ ਅੱਜ ਕੱਲ੍ਹ ਤੇ ਜੁਗੋ ਜੁਗ ਇੱਕੋ ਜਿਹਾ ਹੈ। ਤੁਸੀਂ ਰੰਗ ਬਰੰਗੀਆਂ ਤੇ ਉਪਰੇ ਸਿੱਖਿਆ ਨਾਲ ਭਰਮਾਏ ਨਾ ਜਾਣਾ, ਕਿ ਜੋ ਚੰਗਾ ਹੈ ਜੋ ਇਹ ਮਨ ਕਿਰਪਾ ਦੇ ਨਾਲ ਤਕੜਾ ਕੀਤਾ ਜਾਵੇ, ਨਾ ਭੋਜਨਾਂ ਨਾਲ ਤੇ ਨਾ ਹੀ ਜਿਹਨਾਂ ਤੋਂ ਵਰਤਣ ਵਾਲਿਆਂ ਨੂੰ ਕੁਝ ਲਾਭ ਨਹੀਂ ਹੋਇਆ। ਤੇ ਇੱਕ ਜਗਵੇਦੀ ਹੈ ਜਿਸ ਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਵੀ ਨਹੀਂ, ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰਧਾਨ ਜਾਦੇ ਪਵਿੱਤਰ ਸਥਾਨ ਵਿੱਚ ਪਾਪ ਨਿਮਿਤ ਲੈ ਜਾਂਦਾ ਹੈ, ਉਹਨਾਂ ਦੇ ਸਰੀਰ ਡੇਰੋਂ ਬਾਹਰ ਸਾੜੇ ਜਾਂਦੇ ਹਨ। ਇਸ ਲਈ ਯਿਸੂ ਨੇ ਵੀ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰਕੇ ਫਾਟਕੋਂ ਦੂਰ ਦੁੱਖ ਭੋਗਿਆ। ਤੇ ਆਓ ਅਸੀਂ ਉਸ ਨਿਮਿਤ ਨਿੰਦਿਆ ਸਹਿੰਦੇ ਡੇਰਿਓਂ ਬਾਹਰ ਉਹਦੇ ਕੋਲ ਚੱਲੀਏ, ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ, ਸਗੋਂ ਆਉਣ ਵਾਲੇ ਸ਼ਹਿਰ ਨੂੰ ਅਸੀਂ ਭਾਲਦੇ ਹਾਂ, ਜੋ ਅਸੀਂ ਇਸ ਦੇ ਦੁਆਰਾ ਉਸ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰੀਏ। ਅਤੇ ਭਲਾ ਕਰਨਾ ਤੇ ਪਰਉਪਕਾਰ ਕਰਨਾ ਨਹੀਂ ਭੁੱਲਣਾ, ਕਿਉਂਕਿ ਅਜਿਹਾ ਬਲੀਦਾਨਾਂ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰਨੀ ਅਤੇ ਉਹਨਾਂ ਦੇ ਅਧੀਨ ਰਹਿਣਾ, ਕਿਉਂਕਿ ਉਹ ਉਹਨਾਂ ਵਾਂਗੂ ਜਿਨ੍ਹਾਂ ਦਾ ਲੇਖਾ ਦੇਣਾ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਨ, ਵੀ ਉਹ ਇਸ ਕੰਮ ਨੂੰ ਆਨੰਦ ਨਾਲ ਕਰਨ ਤੇ ਨਾ ਹੀ ਹੋ ਕੇ ਭਰ ਕੇ, ਕਿਉਂ ਜੋ ਇਹ ਤੁਹਾਡੇ ਲਾਭਵੰਦ ਨਹੀਂ। ਸਾਡੇ ਲਈ ਪ੍ਰਾਰਥਨਾ ਕਰੋ, ਕਿਉਂ ਜੋ ਸਾਨੂੰ ਨਿਸ਼ਚੈ ਹੈ ਵੀ ਸਾਡਾ ਅੰਤਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਫਤਿਹ ਕਰਨੀ ਚਾਹੁੰਦੇ ਹਾਂ। ਅਤੇ ਮੈਂ ਹੋਰ ਵੀ ਮਿਹਨਤ ਨਾਲ ਬੇਨਤੀ ਕਰਦਾ ਵੀ ਤੁਸੀਂ ਇਹ ਕਹੋ ਕਿ ਮੈਂ ਜੋ ਤੁਹਾਡੇ ਕੋਲ ਮੁੜ ਛੇਤੀ ਪਹੁੰਚਾਇਆ ਜਾਵਾਂ। ਹੁਣ ਸ਼ਾਂਤੀ ਦਾ ਪਰਮੇਸ਼ਰ ਜਿਨ੍ਹਾਂ ਦਾ ਭੇਡਾਂ ਦੇ ਵੱਡੇ ਜਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਮਸੀਹ ਪਕਨੇਨ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉਠਾ ਲਿਆਇਆ, ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ, ਕਿਉਂਕਿ ਤੁਸੀਂ ਉਹਦੀ ਇੱਛਾ ਨੂੰ ਪੂਰਾ ਕਰੋ ਤੇ ਜੋ ਕੁਝ ਉਹਨੂੰ ਪਾਉਂਦਾ ਹੈ ਉਹੀ ਕਰਿਓ। ਸਾਡੇ ਵਿੱਚ ਯਿਸੂ ਮਸੀਹ ਦੇ ਰਾਹੀਂ ਕਰੋ, ਜਿਹਦੀ ਵਡਿਆਈ ਜੁਗੋ ਜੁਗ ਹੋਵੇ। ਆਮੀਨ। ਹੇ ਭਰਾਵੋ, ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਵੀ ਤੁਸੀਂ ਇਸ ਉਪਦੇਸ਼ ਦੇ ਵਚਨ ਨੂੰ ਸਹਿ ਲਵੋ, ਕਿਉਂ ਜੋ ਮੈਂ ਥੋੜ੍ਹੇ ਜਿਹੇ ਵਿੱਚ ਤੁਹਾਨੂੰ ਇਹ ਲਿਖ ਭੇਜਿਆ। ਤੁਹਾਨੂੰ ਮਾਲੂਮ ਹੋਵੇ ਕਿ ਕੋਈ ਸਾਡਾ ਭਰਾ ਤਮੋਥੀਅਸ ਕੈਦੋਂ ਛੁੱਟ ਗਿਆ ਅਤੇ ਉਹ ਛੇਤੀ ਆਇਆ ਹੈ।
ਅਤੇ ਉਹਦੇ ਨਾਲ ਆਉਣ ਤੇ ਤੁਹਾਡਾ ਮੈਂ ਦਰਸ਼ਨ ਕਰਾਂਗਾ। ਆਪਣੇ ਸਾਰੇ ਆਗੂਆਂ ਨੂੰ, ਨਾਲੇ ਸਾਰੇ ਸੰਤਾਂ ਨੂੰ ਸੁੱਖ ਸਾਂਦ ਕਹਿਣੀ ਜਿਹੜੇ ਇਤਾਲੀਆ ਦੇ ਵਿੱਚ ਹਨ। ਤੁਹਾਡੀ ਸੁੱਖ ਸਾਂਦ ਪੁੱਛਦੇ ਹਨ। ਤੁਸੀਂ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ। ਆਮੀਨ ਆਮੀਨ ਆਮੀਨ।